ਗੁਰਮਤ ਵਿਚਾਰਧਾਰਾ ਦੇ ਸਰੋਤਾ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਭਲੀ ਪ੍ਰਕਾਰ ਜਾਣੋ ਹੋ ਕਿ 20ਵੀਂ ਸਦੀ ਦੇ ਗੁਰਮੁਖ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਹੁਤ ਉਚਤਮ ਗਿਆਨ ਭਰਪੂਰ ਗੁਰਮਤ ਲਿਟਰੇਚਰ ਗੁਰੂ ਰੂਪ ਸੰਗਤਾਂ ਦੇ ਸਨਮੁਖ ਰੱਖਿਆ। ਅਜੋਕੇ ਸਮੇਂ ਵਿੱਚ ਬਹੁਤ ਭਾਰੀ ਕਿਤਾਬਾਂ ਪੜ੍ਹਨ ਦਾ ਰੁਝਾਨ ਖਤਮ ਹੁੰਦਾ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ श्रेष्ठ और उत्तम रचना श्री कलगीधर चमत्कार, जिस विच 10वें पातशाह श्री गुरु गोबिंद सिंह जी दे जीवन दीयां झलकियां साप्रतख नजर आउंदियां हन। आओ इस नूं बड़े ठरमे नाल और एक मन एक चित हो के सरवण करिए। सतनाम श्री वाहेगुरु। एक ओंकार सतनाम करता पुरख निर्भाव निर्वैर अकाल मूरत अजूने सैभं गुर प्रसाद। ज्ञान ध्यान किश कर्म न जान, सार न जाना तेरी। सब ते वड्डा सतगुर नानक, जिन कल राखी मेरी। परम सत्कारयोग श्रोता जन, गुरमुख साध संगत जीओ, आप जी लड़ीवार दरवेश कवि सहज विच टिकाओ दी समाधि लीन आत्मा सचखंड वासी भाई साहब भाई वीर सिंह जी दियां अनुपम लिखतां विचों अध्यात्मक दर्शन दियां झलकां देण वालियां साखियां सरवण कर रहे हो। इसे सिलसिले दे विच उन्हां वल्लों रचियां होईयां ऐसियां ही अध्यात्मक रस अते रंग विच भरपूर साखियां दा एक होर परागा लैके दास जोगिंदर सिंह आजाद आप जी दे सन्मुख हाजरी लवा रहा है। एकाग्रता मन बिरती चित शब्द सुरत विच टिकाउंदियां होया जिथे असीं साखियां दा आनंद प्राप्त करांगे, आरंभता विच श्री कलगीधर पिता
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਾਲ ਸੰਗ੍ਰਹਿ ਦੇ ਵਿੱਚ ਬਹੁਤ ਮਕਬੂਲ, ਪ੍ਰਵਾਨ ਅਤੇ ਸਤਿਕਾਰ ਸਮੱਗਰੀ ਵਿੱਚੋਂ ਸ੍ਰੀ ਕਲਗੀਧਰ ਚਮਤਕਾਰ ਸੰਗਤਾਂ ਦੇ ਵਿੱਚ ਕਿਸੇ ਜਾਣਕਾਰੀ ਦਾ ਮੁਤਾਜ ਨਹੀਂ ਹੈ। ਇਸ ਪੋਥੀ ਦੀ ਪ੍ਰਾਰੰਭਤਾ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੇਮਕੁੰਟ ਸਾਹਿਬ ਤੋਂ ਪ੍ਰਾਰੰਭਤਾ ਹੁੰਦੀ ਹੈ ਔਰ ਫਿਰ ਉਹਨਾਂ ਦੇ ਪਾਵਨ ਜੀਵਨ ਕਾਲ ਦੀਆਂ ਝਲਕੀਆਂ ਦਿਖਾਉਂਦੀ ਹੋਈ ਸੰਗਤਾਂ ਨੂੰ, ਸਰੋਤਿਆਂ ਨੂੰ ਅਤੇ ਪਾਠਕਾਂ ਨੂੰ ਆਪਣੇ ਨਾਲ ਹੀ ਵਹਾ ਕੇ ਅਧਿਆਤਮਿਕ ਦੀ ਇੰਤਹਾ ਤੱਕ ਪਹੁੰਚਾਉਂਦੀ ਹੈ। ਇਸੇ ਲੜੀ ਵਿੱਚੋਂ ਇਸ ਪੁਸਤਕ ਦੀ ਪ੍ਰਥਮ ਰਚਨਾ ਸ੍ਰੀ ਹੇਮਕੁੰਟ ਸਾਹਿਬ ਤੋਂ ਸੱਚਖੰਡ ਆਪ ਜੀ ਸਰਵਣ ਕਰਨ ਲੱਗੇ ਹੋ। ਇੱਕ ਟਿਕਾਣਾ ਹੈ ਹੇਮਕੁੰਡ ਸਪਤ ਸਰਿੰਗ। ਸੱਤ ਸਿੰਘ ਵੀ ਆਖਦੇ ਹਨ। ਸੈਂਕੜੇ ਚੋਟੀਆਂ ਪਰ ਵਿਸ਼ੇਸ਼ ਹਨ ਸੱਤ, ਜੋ ਸੋਭ ਰਹੀਆਂ ਹਨ। ਸੱਤੇ ਹੀ ਬਰਫ਼ ਦੇ ਟਿਕਾਓ ਨਾਲ ਮਾਨੋ ਚਾਂਦੀ ਦੇ ਕਲਸ ਬਣ ਰਹੀਆਂ ਹਨ। ਅੰਮ੍ਰਿਤ ਵੇਲੇ ਦਾ ਚੰਦਰਮਾ ਲੋਪ ਹੋ ਰਿਹਾ ਹੈ, ਸਵੇਰਾ ਆ ਰਿਹਾ ਹੈ, ਪੌ ਫਟਾਲਾ ਹੋ ਰਿਹਾ ਹੈ। ਆਕਾਸ਼ ਅੱਜ ਨਿਰਮਲ ਹੈ, ਪੁਰੇ ਵੱਲ ਲਾਲੀ ਫਿਰ ਗਈ ਹੈ। ਇਸ ਲਾਲੀ ਦਾ ਅਕਸ਼ ਬਰਫ਼ ਦੀਆਂ ਚੋਟੀਆਂ ਤੇ ਪੈ ਰਿਹਾ ਹੈ। ਸੂਰਜ ਦੀ ਟਿਕੀ ਸਾਰੀ ਬਾਹਰ ਨਿਕਲ ਆਈ ਹੈ, ਹੁਣ ਉੱਚੀ ਹੋ ਰਹੀ ਹੈ ਤੇ ਸਭੇ ਚੋਟੀਆਂ ਸੋਨੇ ਵਾਂਗ ਚਮਕ ਰਹੀਆਂ ਹਨ। ਉਧਰੋਂ ਸੂਰਜ ਦੇ ਛੁਆ, ਇਧਰੋਂ ਇਹਨਾਂ ਪਰ ਪੈਂਦੇ ਸੂਰਜ ਦੇ ਛੁਆਵਾਂ ਦੀਆਂ ਇੱਕ ਦੂਜੇ ਤੇ ਆਪਸ ਵਿੱਚ ਪਰਤਵਾਂ ਸ਼ਰਤਵਾਂ ਲਿਸ਼ਕਾਰਾ ਦੇ ਕੇ ਝਲਕਾਰਾ ਦੇਣਾ ਇੱਕ ਦਰਸ਼ਨ ਹੈ ਜੋ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਬੰਨ੍ਹ ਦਿੰਦਾ ਹੈ। ਬਰਫਾਨੀ ਚੋਟੀਆਂ ਦੇ ਹੇਠਾਂ ਥੋੜਾ ਵਿਚਕਾਰ ਜਿਹਾ ਇੱਕ ਨਿਵਾਨ ਹੈ, ਜੋ ਇੱਕ ਪੱਧਰਾ ਜਿਹਾ ਥਾਂ ਹੈ। ਇਸ ਥਾਂ ਦੇ ਵਿੱਚ ਇੱਕ ਪਾਣੀ ਦਾ ਡਲ ਹੈ, ਜਿਸ ਨੂੰ ਅਸੀਂ ਝੀਲ ਵੀ ਕਹਿੰਦੇ ਹਾਂ। ਕਾਦਰ ਦੀਆਂ ਕੁਦਰਤਾਂ ਬਰਫਾਂ ਦੇ ਘਰ ਵਿੱਚ ਤੱਕੋ ਕਿ ਪਾਣੀ ਦਾ ਡਲ ਖੜਾ ਹੈ, ਜਿਸ ਵਿੱਚੋਂ ਇੱਕ ਛੋਟੀ ਜਿਹੀ ਰੌਂ ਨਿਕਲ ਕੇ ਕਈ ਮੀਲ ਹੇਠਾਂ ਜਾ ਕੇ ਅਲਕਨੰਦਾ ਵਿੱਚ ਜਾ ਮਿਲਦੀ ਹੈ। ਅਚਰਜ ਦੇਖੋ ਕਿ ਬਰਫਾਂ ਦੇ ਘਰ ਵਿੱਚ ਇਸ ਝੀਲ ਦਾ ਪਾਣੀ ਖਲੋਤਾ ਨਹੀਂ, ਸਗੋਂ ਵਿੱਚੋਂ ਨਿਕਲ ਕੇ ਵਹਿੰਦਾ ਹੈ ਤੇ ਬਰਫ ਜਿੰਨਾ ਹੀ ਠੰਡਾ ਹੁੰਦਾ ਹੈ। ਕੀ ਜਾਣੀਏ ਹੇਠਾਂ ਕੋਈ ਕ੍ਰਿਸ਼ਮਾ ਹੈ, ਚਸ਼ਮਾ ਹੈ ਕਿ ਜਿਤਨੀ ਬਰਫ ਠੰਡੀ ਹੈ, ਇਹ ਉਸ ਤੋਂ ਥੋੜਾ ਜਿਹਾ ਤਾਜ਼ਾ ਕੋਸਾ ਹੈ, ਜੋ ਪਾਣੀ ਨੂੰ ਬਰਫ ਨਾਲੋਂ ਕੁਛ ਡਿੱਗਾ ਰੱਖਦਾ ਹੈ। ਇਸ ਬਰਫਾਨੀ ਥਾਂ ਪਾਣੀ ਦੇ ਕਈ ਹੋਰ ਝਰਨੇ ਹਨ। ਇੱਥੇ ਗੁਫਾ ਦੇ ਵੀ ਕਈ ਟਿਕਾਣੇ ਜਿਹੇ ਹਨ, ਜਿੱਥੇ ਵੀ ਦੋ ਪਹਾੜੀਆਂ ਝੁਕ ਕੇ ਮਿਲਦੀਆਂ, ਥੱਲੇ ਗੁਫਾ ਬਣ ਜਾਂਦੀ ਹੈ। ਪੁਰਾਤਨ ਸਮਿਆਂ ਵਿੱਚ ਤਪ ਕਰਨ ਵਾਲੇ ਤਪੀ ਇੱਥੇ ਆ ਕੇ ਰਹਿੰਦੇ ਸਨ। ਇਸ ਥਾਂ ਤੇ ਪਈ ਬਰਫ਼ ਗਰਮੀ ਬਰਸਾਤ ਵਿੱਚ ਪੰਘਰ ਤੁਰਦੀ ਹੈ। ਨਾਨਾ ਤਰ੍ਹਾਂ ਦੇ ਫੁੱਲ ਖਿੜਦੇ ਹਨ। ਤਪੀ ਲੋਕ ਸਿਆਲੇ ਹੇਠਾਂ ਪੰਡਕੇਸ਼ਵਰ ਦੇ ਹੋਰ ਨੇੜੇ ਨੇੜੇ ਦੇ ਥਾਂ ਰਹਿੰਦੇ ਸਨ ਤੇ ਹੁਨਾਲ ਬਰਸਾਤ ਵਿੱਚ ਵਾਦੀ ਵਿੱਚ ਤਪ ਕਰਦੇ ਹੁੰਦੇ ਸਨ। ਪਹਾੜੀਆਂ ਦੀ ਸ਼੍ਰਿੰਗਾਂ ਤੇ ਸਿਆਲ ਹੁਨਾਲ ਚੜ੍ਹਦੇ ਸੂਰਜ ਦੀ ਲਾਲੀ ਕੁਛ ਐਸੀ ਪਰਤਵੀਂ ਪੈਂਦੀ ਹੈ ਕਿ ਲਾਲੀ ਦਾ ਜਲਵਾ ਸਾਰਿਆਂ ਨੂੰ ਹੀ ਪਰੋ ਲੈਂਦਾ ਹੈ। ਅੱਜ ਅਸੀਂ ਸੂਰਜ ਚੰਗੇ ਚੜ੍ਹੇ ਹੋਏ ਆਏ
ਪਰ ਕੀ ਵੇਖਦੇ ਹਾਂ ਕਿ ਇੱਕ ਗੁਫਾ ਦੇ ਅੰਦਰ ਇੱਕ ਲੰਮੀ ਪਤਲੀ ਢੀਲ ਦੇ ਤਪਸਵੀ ਨੈਣ ਮੂੰਦ ਸਮਾਧੀ ਵਿੱਚ ਬੈਠੇ ਹਨ। ਸਰੀਰ ਉੱਪਰ ਨਾਮ ਮਾਤਰ ਮਾਸ ਹੈ, ਸੂਖਮ ਜਿਹਾ ਪਿੰਜਰ ਜਾਪਦਾ ਹੈ, ਉੱਪਰ ਪੋਚਾ ਮਾਤਰ ਤਵਚਾ ਦਾ ਹੈ, ਚਮੜੀ ਬੜੀ ਪਤਲੀ ਹੈ। ਪਰ ਕ੍ਰਾਂਤੀ ਵਿੱਚ ਇਸ ਹਾਲਤ ਵਿੱਚ ਵੀ ਆਭਾ ਹੈ, ਬਲ ਵਾਲਾ ਤੇਜ ਹੈ, ਮਸਤਕ ਚਮਕਦਾ ਹੈ, ਬੜਾ ਉਗਰ ਤਪ ਕੀਤਾ ਹੈ। ਸੋਚ ਮੰਡਲ ਲੰਘ ਗਏ ਹਨ, ਲਿਵਲੀਨ ਰਹਿੰਦੇ ਹਨ, ਪਰ ਅਜੇ ਉਸ ਦੇ ਰੂਪ ਵਿੱਚ ਦਵੈ ਤੇ ਏਕ ਰੂਪ ਵਾਲੇ ਰੰਗਲੀਨ ਹੋਣਾ ਲੋਚਦੇ ਹਨ। ਜਿਸ ਨੇ ਆਪਣੇ ਅਰੂਪ ਰੂਪ ਵਿੱਚੋਂ ਉਹਨਾਂ ਨੂੰ ਰੂਪਮਾਨ ਕਰਕੇ, ਪਹਿਲਾਂ ਬਖਸ਼ਿਸ਼ ਕਰਕੇ, ਫਿਰ ਕਿਸੇ ਹੁਕਮੀ ਚੋਜ ਵਿੱਚ ਤਪ ਕਰਨ ਵਾਲਿਆਂ ਨੇ ਰਸਤਾ ਦਰਸਾਇਆ ਤੇ ਸਮਾਧੀ ਲੀਨ ਕੀਤਾ। ਦੇਖੋ ਅਸਮਾਨਾਂ ਦੀਆਂ ਹਵਾਵਾਂ ਦੇ ਅਬਖੜੇ ਜੁੜ ਜੁੜ ਕੇ ਫਿਰ ਇਕੱਠੇ ਹੋ ਰਹੇ ਹਨ ਤੇ ਸੂਰਜ ਫਿਰ ਗੁੰਮ ਹੋ ਗਿਆ। ਪੱਥਰ ਪਹਾੜ ਸਭ ਇਕਾਗਰ ਹਨ, ਆਵਾਜ਼ ਤੱਕ ਨਹੀਂ ਹੈ, ਖਾਮੋਸ਼ੀ ਹੈ, ਸ਼ਾਂਤੀ ਹੈ। ਉਧਰ ਤਪਸਵੀ ਜੀ ਦੀ ਸੁਰਤ ਚਲੀ ਜੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਰਸ ਰੰਗ ਦੇ ਦੇਸ਼ ਸੁਰਤ ਗਈ, ਆਨੰਦ ਘਰ ਪਹੁੰਚੀ, ਅੰਤ ਤੇ ਅਨੰਤ ਦੀ ਸਰਹੱਦ ਤੇ ਅਪੜੀ। ਅੱਗੇ ਕਈ ਵੇਰ ਅਪੜੀ ਸੀ, ਪਰ ਅੱਜ ਅਨੰਤ ਵਿੱਚੋਂ ਕੋਈ ਹੁਲਾਰਾ ਵੱਜਾ, ਐਸਾ ਵੱਜਾ ਕਿ ਅੰਤ ਦੀ ਅਣੀ ਤੋਂ ਖਿੱਚ ਕੇ ਅਨੰਤ ਵਿੱਚ ਲੈ ਗਿਆ। ਹੁਣ ਕੋਈ ਕੀ ਥੋ ਦੱਸੇ, ਅਨੰਤ ਦਾ ਥੋ ਅੰਤ ਵਾਲੀ ਜੀਭ ਨਾਲ ਦੱਸਣਾ ਤੇ ਅੰਤ ਵਾਲੇ ਕੰਨਾਂ ਨਾਲ ਸੁਣਨਾ ਤੇ ਅੰਤ ਵਾਲੇ ਮਨ ਨਾਲ ਸਮਝਣਾ ਕਰੜਾ ਸਾਰ ਹੈ, ਬਹੁਤ ਔਖਾ। ਪਰ ਸਾਡੀ ਸਮਝ ਗੋਚਰਾ ਉਸ ਦਸ਼ਾ ਦਾ ਵਰਣਨ ਇਉਂ ਹੋ ਸਕਦਾ। ਕਿੰਜ? ਤੁਸੀਂ ਵੀ ਇਕਾਗਰਤਾ ਨਾਲ ਸੁਣੋ। ਆਪਣੇ ਅੰਦਰ ਦੀ ਆਪਣੇ ਵਲਵਲੇ ਸਵਾਲ ਜਵਾਬ ਤਿਆਗ ਕੇ ਕੇਵਲ ਸੁਣਨ ਲਈ ਜੇ ਤਿਆਰ ਹੋ ਤੇ ਇਸ ਯਾਤਰਾ ਦੇ ਨਾਲ ਨਾਲ ਸਾਡੀ ਵੀ ਆਤਮਿਕ ਯਾਤਰਾ ਆਰੰਭ ਹੋ ਜਾਏਗੀ। ਜਾਣ ਵਾਲੇ ਮਹਾਂਪੁਰਸ਼ ਜੀ ਨੂੰ ਇਹ ਤਜਰਬਾ ਹੋਇਆ ਕਿ ਅਨੰਤ ਕੋਈ ਨਿਰਜੀਵ ਤੇ ਜੜ ਬੇਅੰਤਤਾਈ ਨਹੀਂ ਹੈ, ਪਰ ਸਵੈਭੰਗ ਚੇਤਨਤਾ ਹੈ, ਸੁਤੇ ਪ੍ਰਕਾਸ਼ ਹੈ। ਉਹ ਅਨੰਤ ਕੋਈ ਜਿੰਦ ਰਹਿਤ ਨਾ ਮੁੱਕਣ ਵਾਲਾ ਸਮਾਂ ਨਹੀਂ ਹੈ, ਪਰ ਚੇਤਨ ਵਜੂਦ ਵਾਲਾ, ਹੋਂਦ ਵਾਲਾ, ਮੂਰਤ ਅਮੂਰਤ ਅਕਾਲ ਮੂਰਤ ਹੈ। ਉਹ ਅਨੰਤ ਕੋਈ ਇੱਕ ਰਸ ਰਹਿਣ ਵਾਲੀ ਮੁਦਰਾ ਤੱਤਾਂ ਦੀ ਦਸ਼ਾ ਜਾਂ ਅਦਸ਼ਾ ਨਹੀਂ, ਪਰ ਅਜੂਨੀ ਅਨਾਦ ਅਨੰਤ ਚੇਤਨ ਸਰੂਪਤਾ ਤੇ ਆਨੰਦ ਸਰੂਪਤਾ ਹੈ। ਪਰ ਇਉਂ ਨਾ ਜਿਉਂ ਅਸੀਂ ਸਮਝਦੇ ਹਾਂ, ਇਉਂ ਜਿਉਂ ਅਸੀਂ ਨਹੀਂ ਸਮਝਦੇ, ਪਰ ਅਨੰਤ ਆਪ ਸਮਝਦਾ ਹੈ। ਨਿਰਵਿਕਾਰ ਇੱਕ ਰਸ, ਉਸ ਵਿੱਚ ਗਈ ਸੁਰਤ ਨੂੰ ਮਾਨੋ ਅਚੰਭਾ ਹੋ ਰਿਹਾ ਹੈ ਕਿ ਪਾਰ ਬ੍ਰਹਮ ਪੂਰਨ ਬ੍ਰਹਮ ਵਿੱਚ ਉਸ ਦੀ ਹੋਂਦ, ਉਸ ਦੀ ਗਿਆਤ, ਉਸ ਦੇ ਆਨੰਦ ਤੇ ਪ੍ਰੇਮ ਤੋਂ ਸਿਵਾ ਕੁਝ ਹੋਰ ਖੇਡ ਵਸਦੀ ਨਹੀਂ, ਜਿਸ ਨਾਲ ਉਹ ਅਕ੍ਰੈ ਦਾ ਅਕ੍ਰੈ ਹੈ, ਪਰ ਫਿਰ ਸਰਬ ਕਿਰਿਆ ਉਸ ਤੋਂ ਹਨ। ਉਹ ਸਹਿਜ ਵੀ ਹੈ, ਉਹ ਚਲਾਇਮਾਨ ਵੀ ਹੈ, ਉਹ ਟਿਕਾਓ ਵਿੱਚ ਵੀ ਹੈ, ਉਹ ਸਰਗਰਮ ਵੀ ਹੈ। ਇੰਜ ਕਹਿ ਲਈਏ ਕਿ ਉਸ ਤੋਂ ਹੀ ਸਾਰੀਆਂ ਕਿਰਿਆਵਾਂ ਆਰੰਭ ਹੁੰਦੀਆਂ ਹਨ ਤੇ ਉਸ ਤੇ ਆ ਕੇ ਹੀ ਖਤਮ ਹੁੰਦੀਆਂ ਹਨ। ਹਾਂ, ਉਹ ਨਿਰਅੰਗ ਹੈ, ਪਰ ਸਹੰਸਰ ਨੈਣਾ ਵਾਲਾ ਚੋਜੀ ਹੋ ਕੇ ਸਾਰੇ ਨੈਣਾ ਦੀ ਜੋਤ ਉਹ ਆਪ ਹੈ, ਅਲੇਪ ਹੈ। ਪਰ ਸਾਡਾ ਅਡੰਬਰ ਉਸ ਤੋਂ ਤੇ ਉਸ ਦੇ ਵਿੱਚ ਹੈ। ਆਪ ਵੇਖਦੇ ਹਨ ਕਿ ਅਨੰਤ ਵਿੱਚੋਂ ਕ੍ਰਿਸ਼ਮਾ ਹੈ, ਪਰ ਫਿਰ ਅਨੰਤ ਅਨੰਤ ਹੀ ਹੈ। ਉਹ ਅਨੰਤ ਅੰਤ ਵਿੱਚ ਨਹੀਂ ਆਉਂਦਾ, ਉਸ ਦੇ ਕਰਨੇ ਤੇ ਵਿਚਾਰ ਵੀ ਅਨੰਤਤਾਈ ਵਿੱਚ ਇੱਕ ਗਤੀ ਵਿੱਚ ਹਨ। ਕੋਈ ਕ੍ਰਿਸ਼ਮਾ ਹਨ ਜੋ ਸਾਡੇ ਵਿਚਾਰ ਤੋਂ ਪਰੇ ਹਨ,
इस करिश्मे का नाम हुक्म है। वो हुक्म जिस दी रजा विच सारी कायनात नृत्य कर रही है। उस वेले प्रताप ज्योति जी नूं मानो ये ख्याल आया कि धरती दे दाने अनंत दी हदबंदी कीकू करिया करदे हन। आप हद वाले हो के बेहद दे करने ते विचारां नूं अपने करने ते विचारां दे तुल कीकू मिथ लिया करदे हन। ये जो आप अनंत है उस दे करने ते विचार भी अनंत हैं। जेकू इस नूं समझना ते कहना असंभव है, तिवें इस दे करने ते विचारां नूं कहना ते समझना भी असंभव है। जे धरती दे दाने नेड़े ही तकण तां उत्थे भी तां समुंदर एक जल स्वरूप है, पर उस समुंदर विच भी धरती वांग दरिया चलदे हन। उस इक्को समुंदर विच जो सिर तो पैरां तक जल ही जल है, उस विच अनेक तरह दे रौं चलदे हन, फिर सब समुंदर रूप हैं। इसी तरह इस अनंत विच सर्व अनंत ही अनंत है। पर देखो विच एक खेल हुक्म है और वो भी अनंत ही है। आप सच है ते आप दे करने ते विचार भी सत स्वरूप हैं। स्वरूप ते हुक्म दोए अकथ हैं। किवें कथी है? इस अचंभे तो मगरों आप देखते हैं कि यह हुक्म कह रहा है कि जे तू मात लोक विच जा और उत्थे जाके चढ़दी कला दा बंदा सिरे चाड़, आप हो के दस के सिखा के मुकम्मल कर खालसा, जो चढ़दी कला दे आदर्श दा नमूना होवे। जो मैं इंसान नूं बनाया सी धरती दा सरदार, सो वो झवी खा गया। तू नमूना हो के दस, गुरु हो के सिखा, पिता हो के अपने बल ते प्यार नाल पाल ते धरती सुखी होवे। ये हुक्म पा के मानो आप थोड़ा घबराए। जन्मां दा तप करके महाकाल अकाल दी आराधना करके अज अकाल आदेश अनंत पूर्ण विच वासा मिलिया सी, पर अज अकाल अनंत विच हुक्म दा करिश्मा आखदा है मात लोक ते जाओ ते काम करो। काम की? आदर्शक बंदे पैदा करो है, जिस दे पैदा करन विच बड़े लोक हो मुड़े। वो मैं करा, पर मैं की करा है? पर हुक्म उल्टना भी प्रेम नहीं है, धर्म भी नहीं है, संभव नहीं। तां ते इथों ही ये मंग लईए। सो आप जी ने दोने हाथ जोड़ के अर्ज की थी, हे अनंत, आप दा हुक्म जगत विच बजा लियाउण वाला कौन हाँ मैं? जे तू मेरी मैं विच उथे चल के वसे, जे ये मिलाप जो अज होया है ना खुसे, मैं विच तू ते तू विच मैं रहा। अनंत जिस विच मेरी इस वेले गमता है, मेरे विच रहे, जुदाई ना पवे, ते ये अनंत मेरे हर हाल सहाई होवे, तां हुक्म दी कमाई विच तपी तैयार है। हुक्मी ने प्रकाश किया, मैं तेरे विच तू मेरे विच, परस्पर ये खेल, ये एकता सदा स्थिर है, कदे टुट नहीं सकती। जगत विच मैं तेरा सहाई, जीकू पिता उथे पुत्र दा सहाई है, ते कुर मैं तेरा सहाई होवांगा। हाँ, तेरे कर्म मेरे विच पवित्रता मेरी, तैनों लेप शेप नहीं लगेगा। तू पुत्र, मैं पिता होवांगा। हुण दोपहर हो आई, बर्फानी हेमकुंड दीआं चोटियां उपर सूरज निग्गियां निग्गियां किरणां अजे भेज रहा सी कि तपस्वी जी दे नैन खुले। विस्माद है, आनंद है, अद्भुत है।
ਪਰਮ ਅਦਭੁਤ ਹੈ। ਰਸ ਭਰੇ ਨੈਣਾਂ ਦੇ ਛੱਪਰ ਖੁੱਲਦੇ ਹਨ, ਫਿਰ ਡਿੱਗਦੇ ਹਨ। ਕਦੇ ਉਸ ਅਨੰਤ ਦੀ ਝਲਕੀ ਦੇ ਹੁਲਾਰੇ ਵੱਜਦੇ ਹਨ, ਕਦੇ ਬਾਹਰ ਦਿਸਦੇ ਨਜ਼ਾਰੇ ਦਾ ਵਿਸਮਾਦ ਤੇ ਸਿਫਤ ਸਲਾਹ ਦਾ ਚਰਨਾਟਾ ਛਿੜਦਾ ਹੈ, ਕਦੇ ਚੁੱਪ ਅਡੋਲਤਾ ਦਾ ਇੱਕ ਸੁਖਦਾਈ ਲਹਿਰਾ ਛਾਉਂਦਾ ਹੈ, ਤੇ ਹੁਣ ਕਿਸੇ ਵੇਲੇ ਠੰਡੀ ਸੀਤ ਤੇ ਨਿੱਕੀ ਨਿੱਕੀ ਰੁਮਕ ਰਹੀ ਪਾਉਣ ਦਾ ਸੀਤਲਤਾ ਠੰਡ ਪਾ ਦੇਣ ਵਾਲਾ ਝੋਕਾ ਜਿਹਾ ਵੀ ਸਰੀਰ ਨੂੰ ਪਾਸਦਾ ਹੈ। ਥੋੜੇ ਪਲ ਭਰ ਲਈ ਇਸ ਤਰ੍ਹਾਂ ਦੇ ਰੰਗ ਵਿੱਚ ਰਹਿ ਕੇ ਆਪ ਉੱਠੇ। ਹੁਕਮ ਦਾ ਨਕਸ਼ਾ ਅੱਖਾਂ ਅੱਗੇ ਹੈ। ਮਹਾਕਾਲ ਅਕਾਲ ਦੇ ਉਗਰ ਤਪਾਂ ਦੇ ਮਗਰੋਂ ਅਨੰਤ ਦੀ ਪ੍ਰਾਪਤੀ ਤੇ ਅਨੰਤ ਵਿੱਚ ਵਿਸਰਾਮ ਦਾ ਸੰਕਲਪ ਸੀ। ਪਰ ਹੁਕਮ ਆਖਦਾ ਹੈ, ਹੇਮਕੁੰਡ ਦੀ ਇਕਾਂਤ ਵੀ ਨਹੀਂ, ਮਾਤ ਲੋਕ ਦੇ ਵੀ ਔਖੇ ਥਾਂ ਜਾ ਕੇ ਕੰਮ ਕਰੋ। ਨਮੂਨੇ ਦਾ ਮਰਦ ਬਣਾਓ ਜੋ ਸੁਖਦਾਤਾ ਹੋਵੇ। ਜੀਓ, ਤੱਕੀਏ ਤਾਂ ਸਹੀ ਮਾਤਲੋਕ ਵਿੱਚ ਕੀ ਹੈ, ਕਿੱਥੇ ਜਾਣਾ ਹੈ? ਤਦ ਆਪ ਨੇ ਨਜ਼ਰ ਪਾਈ, ਕੀ ਦੇਖਦੇ ਹਨ ਕਿ ਹਿੰਦੁਸਤਾਨ ਹੈ, ਔਰੰਗਜ਼ੇਬ ਤਖਤ ਪਰ ਹੈ, ਪ੍ਰਜਾ ਹਿੰਦੂ ਮੁਸਲਮਾਨ ਅਨੇਕ ਮਤਾਂਤਰਾਂ ਦੀ ਹੈ। ਅੰਧਕਾਰ ਛਾ ਰਿਹਾ ਹੈ, ਆਮ ਵਿਦਿਆ ਦੇ ਦਰਵਾਜ਼ੇ ਬੰਦ ਹਨ। ਹਿੰਦੂਆਂ ਵਿੱਚ ਡਰ, ਵਹਿਮ, ਕਾਇਰਤਾ ਛਾ ਰਹੀ ਹੈ। ਮੁਸਲਮਾਨਾਂ ਵਿੱਚ ਧੱਕਾ, ਅਵਿਦਿਆ, ਭਰਮ, ਜ਼ੋਰ, ਜ਼ੁਲਮ ਵਰਤ ਰਿਹਾ। ਦੀਨਦਾਰ ਤੇ ਪੰਡਤਾਂ ਵਿੱਚ ਝਗੜੇ, ਖਹਿ ਮਰਨਾ ਜ਼ੋਰਾਂ ਪਰ ਹੈ। ਸ੍ਰਿਸ਼ਟੀ ਕਮਜ਼ੋਰ ਤੇ ਨਿਤਾਣੀ ਹੈ। ਪ੍ਰਜਾ ਦੁਖੀ ਹੈ, ਅਤ ਦੁਖੀ ਹੈ। ਔਰੰਗਜ਼ੇਬ ਦਰਬਾਰ ਵਿੱਚ ਬੈਠਾ ਹੈ। ਪਿਓ ਨੂੰ ਕੈਦ ਪਾਇਆ ਹੋਇਆ ਸੀ। ਵੱਡੇ ਭਰਾ ਦਾਰਾ ਦਾ ਸਿਰ ਵੱਢ ਕੇ ਪੇਸ਼ ਹੁੰਦਾ ਹੈ। ਹੁਕਮ ਦਿੰਦਾ ਹੈ, ਖੂਬ ਇਸ ਦਾ ਮੂੰਹ ਧੋ ਕੇ ਸਾਫ਼ ਕਰੋ। ਫਿਰ ਪਛਾਣਦਾ ਹਾਂ ਕਿ ਇਹ ਵਾਕਿਆ ਹੀ ਦਾਰਾ ਹੈ। ਜਦੋਂ ਪਛਾਣਦਾ ਹੈ, ਅੰਦਰੋਂ ਆਵਾਜ਼ ਆਉਂਦੀ ਹੈ, ਦਿਲ ਨੂੰ ਠੰਡ ਪੈਂਦੀ ਹੈ। ਫਿਰ ਅੱਖਾਂ ਵਿੱਚ ਅਥਰੂ ਭਰਦਾ ਹੈ। ਇੱਕ ਪਿਓ ਦੇ ਪੁੱਤਰ ਇਕੱਠੇ ਖੇਡੇ ਪਲੇ। ਵਾਹ ਪਾਤਸ਼ਾਹੀ, ਵਾਹ ਰਾਜਗੱਦੀ। ਇੱਕ ਭਰਾ ਕਾਤਲ, ਇੱਕ ਮਕਤੂਲ, ਇੱਕ ਭਰਾ ਤਖਤ ਬੈਠੇ ਤੇ ਦੂਜਾ ਉਹਦੇ ਸਾਹਮਣੇ ਧੜਹੀਨ ਸਿਰ ਬਣ ਕੇ ਪਿਆ ਹੋਇਆ ਹੈ। ਰਾਜ ਪਿਆਰੇ ਰਾਜਿਆਂ, ਵੀਰ ਦੁੱਪਰਿਆਰੇ, ਕਹਾਵਤ ਸਿੱਧ ਹੋ ਗਈ। ਜੀ ਹਾਂ, ਔਰੰਗਜ਼ੇਬ ਨੇ ਫਤਿਹ ਪਾ ਲਈ। ਸਾਰੇ ਭਰਾ ਜੇਰ ਕਰ ਲਏ, ਕਤਲ ਕਰ ਦਿੱਤੇ, ਆਪਣੇ ਰਸਤੇ ਵਿੱਚੋਂ ਪਾਸੇ ਕਰ ਦਿੱਤੇ। ਪਾਤਸ਼ਾਹ ਹੋ ਗਿਆ। ਸ਼ੁਕਰਾਨੇ ਵਿੱਚ ਦਿੱਲੀ ਦੀ ਮਸਜਿਦ ਬਣੀ, ਆਪਣੇ ਅੰਦਰ ਦੇ ਪਾਪਾਂ ਨੂੰ ਧੋਣ ਵਾਸਤੇ। ਔਰੰਗਜ਼ੇਬ ਨੇ ਬਣਵਾਈ ਸੀ। ਜੀ ਹਾਂ, ਮਜਬ ਦਾ ਚੋਗਾ ਆਪਣੇ ਦਿਲ ਦੇ ਅਰ ਖਲਕ ਦੇ ਵਿਚਕਾਰ ਤਾਣ ਲਿਆ। ਉਸ ਕਾਮਯਾਬੀ ਲਈ ਜੋ ਆਪਣੀ ਬਦੀ ਨਾਲ ਉਸ ਨੂੰ ਹੋਈ ਹੈ, ਉਹ ਰੱਬ ਦਾ ਸ਼ੁਕਰ ਕਰ ਰਿਹਾ ਹੈ। ਉਧਰ ਭਰਾ ਤੇ ਰਿਸ਼ਤੇਦਾਰ ਕਤਲ ਕੀਤੇ ਜਾ ਰਹੇ ਹਨ, ਇਧਰ ਮਸਜਿਦ ਉਸਾਰੀ ਜਾ ਰਹੀ ਹੈ ਤੇ ਰੱਬ ਦਾ ਸ਼ੁਕਰੀਆ ਹੋ ਰਿਹਾ ਹੈ। ਹਿੰਦ ਦਾ ਪਾਤਸ਼ਾਹ ਫਕੀਰੀ ਲਿਬਾਸ ਵਿੱਚ ਮਸੀਤੇ ਆਉਂਦਾ ਤੇ ਇਮਾਮ ਦਾ ਕੰਮ ਕਰਦਾ। ਪਰ ਇੱਕ ਪਾਸੇ ਉਸਦਾ ਹੱਥ ਦੁਆ ਵਿੱਚ ਖੁਦਾ ਵੱਲ ਉੱਠ ਰਿਹਾ, ਦੂਜੇ ਪਾਸੇ ਉਸਦਾ ਦੂਸਰਾ ਹੱਥ ਆਪਣੇ ਰਿਸ਼ਤੇਦਾਰਾਂ ਦੇ ਕਤਲਨਾਮਿਆਂ ਤੇ ਦਸਤਖਤ ਕਰ ਰਿਹਾ ਹੈ। ਇਹ ਰਿਆਕਾਰ ਪਾਤਸ਼ਾਹ ਬਾਜੇ ਦੰਭੀ ਫਕੀਰਾਂ ਦਾ ਚੰਗਾ ਸਾਥੀ ਬਣਦਾ ਹੈ। ਦਰਬਾਰ ਲੱਗਾ ਹੈ। ਸੁਲੇਮਾਨ ਔਰੰਗਜ਼ੇਬ ਦੇ ਪੇਸ਼ ਹੁੰਦਾ ਹੈ। ਅਰਜ਼ ਕਰਦਾ ਹੈ ਕਿ ਮੈਨੂੰ ਦਵਾਈਆਂ ਪਿਲਾ ਕੇ ਖੁਆਰ ਕਰਨ ਦੀ ਥਾਂ ਐ ਬਾਦਸ਼ਾਹ ਇੱਕਦਮ ਕਿਉਂ ਨਹੀਂ ਮਾਰ ਦਿੰਦੇ। ਸਭ ਦਰਬਾਰੀ ਰੋਂਦੇ ਹਨ। ਔਰੰਗਜ਼ੇਬ ਤਰਸ ਕਰਦਾ ਹੈ ਤੇ ਇਕਰਾਰ ਕਰਦਾ ਹੈ ਕਿ ਤੂੰ ਸਲਾਮਤ ਤੇ ਖੁਸ਼ਹਾਲ ਰਹੇਗਾ। ਦਰਬਾਰ ਵਿੱਚ ਇੱਕ ਪਰਦੇਸੀ ਬਰਨੀਅਰ ਵੀ ਬੈਠਾ ਹੈ। ਉਸ ਦੇ ਸਾਹਮਣੇ ਬਚਨ ਹੁੰਦੇ ਹਨ, ਪਰ ਔਰੰਗਜ਼ੇਬ ਦਾ ਬਚਨ ਟੁੱਟਦਾ ਹੈ। ਸੁਲੇਮਾਨ, ਉਸ ਦਾ ਭਾਈ ਤੇ ਮੁਰਾਦ ਦਾ ਛੋਟਾ ਲੜਕਾ ਤ੍ਰੈ ਗਵਾਲੀਅਰ ਵਿੱਚ ਥੋੜੇ ਚਿਰ ਬਾਅਦ ਮਾਰੇ ਜਾਂਦੇ ਹਨ। ਔਰੰਗਜ਼ੇਬ ਨੂੰ ਸ਼ੂਕ ਦਾ ਚੜ੍ਹਦਾ ਹੈ। ਔਰੰਗਜ਼ੇਬ ਨੂੰ
ਸੂਕੜਾ ਚੜ੍ਹਦਾ ਹੈ ਕਿ ਭਾਵੇਂ ਮੇਰੇ ਭਰਾ ਮਰਾਦ ਨੇ ਜੁਰਮ ਕੋਈ ਨਹੀਂ ਕੀਤਾ, ਪਰ ਉਸ ਦਾ ਜਿਉਣਾ ਚੰਗਾ ਨਹੀਂ। ਇੱਕ ਆਦਮੀ ਗੁਜਰਾਤ ਤੋਂ ਮੰਗਾਇਆ ਜਾਂਦਾ ਹੈ। ਉਹ ਆ ਕੇ ਅਰਜੀ ਪਾਉਂਦਾ ਹੈ ਕਿ ਸ਼ਾਹਜ਼ਾਦਾ ਮਰਾਦ ਨੇ ਜਦੋਂ ਗੁਜਰਾਤ ਦਾ ਸੂਬੇਦਾਰ ਸੀ, ਮੇਰੇ ਪਿਓ ਨੂੰ ਮਰਵਾ ਦਿੱਤਾ ਸੀ। ਤਦੋਂ ਨਾਮ ਮਾਤਰ ਮੁਕੱਦਮਾ ਕਰਕੇ ਮੁਰਾਦ ਆਪਣੇ ਕੈਦਖਾਨੇ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ। ਔਰੰਗਜ਼ੇਬ ਦੇ ਹੁਕਮ ਨਾਲ ਹਿੰਦੂਆਂ ਤੇ ਜਜ਼ੀਆ ਲੱਗ ਰਿਹਾ ਹੈ। ਹੁਕਮ ਹੋ ਰਿਹਾ ਹੈ ਪਰਵਿਸ਼ਟੇ ਸੰਮਤ ਨਾ ਵਰਤਿਆ ਜਾਵੇ। ਇਹ ਸੂਰਜ ਉਪਾਸ਼ਕਾਂ ਦਾ ਤਰੀਕਾ ਹੈ, ਸੋ ਚੰਦਰਮਾ ਵਾਲਾ ਸੰਮਤ ਸ਼ੁਰੂ ਹੋਇਆ। ਭਾਵੇਂ ਇਸ ਵਿੱਚ ਕਿੰਨੇ ਨੁਕਸ ਸਨ। ਬੁੱਤ ਪ੍ਰਸਤੀ ਦੇ ਤਿਉਹਾਰ ਹੁਕਮਰਨ ਬੰਦ ਕੀਤੇ ਗਏ, ਜਿਨ੍ਹਾਂ ਨੂੰ ਜ਼ਰਾ ਦਿਖਾਵੇ ਨਾਲ ਮਨਾਇਆ ਜਾਂਦਾ ਸੀ। ਹਿੰਦੂ ਤਿਉਹਾਰਾਂ ਪਰ ਮੇਲੇ ਬੰਦ ਕਰ ਦਿੱਤੇ ਗਏ। ਸੜਕਾਂ ਦੇ ਮਹਿਸੂਲ ਵਧਾ ਦਿੱਤੇ। ਰਾਗ, ਨਾਚ, ਭੰਡ ਤੇ ਮਹਿਲਾਂ ਦੇ ਗਵਈਏ, ਰਾਗੀ ਸਭ ਦੇ ਵਿਰੁੱਧ ਹੁਕਮ ਹੋ ਗਿਆ। ਕਵੀ ਤੇ ਜਿਉਤਸੀ ਮੌਕੂਫ ਕੀਤੇ ਗਏ। ਕਵਿਤਾ ਰਚਨੀ ਜਾਂ ਪੜ੍ਹਨੀ ਬੰਦ ਕੀਤੀ ਗਈ ਹੈ। ਇਤਿਹਾਸ ਲਿਖਣ ਦੀ ਮਨਾਹੀ ਕਰ ਦਿੱਤੀ ਹੈ। ਮੁਕੱਦਮੇ ਮੁਸਲਮਾਨੀ ਸ਼ਰ੍ਹਾ ਅਨੁਸਾਰ ਕਰੋ। ਇਸ ਤਰ੍ਹਾਂ ਦੇ ਹੁਕਮ ਦੇ ਰਿਹਾ ਹੈ ਔਰੰਗਜ਼ੇਬ। ਹਾਂ, ਔਰੰਗਜ਼ੇਬ ਫਰਮਾਨ ਜਾਰੀ ਕਰ ਰਿਹਾ ਹੈ ਕਿ ਹਿੰਦੂਆਂ ਨੂੰ ਸਰਕਾਰੀ ਅਹੁਦੇ ਨਾ ਦਿਓ, ਸਭ ਪਰ ਮੁਸਲਮਾਨ ਰੱਖੋ। ਔਰੰਗਜ਼ੇਬ ਮਸੀਤੇ ਜਾ ਰਿਹਾ ਹੈ। ਹਿੰਦੂ ਬਾਜ਼ਾਰਾਂ ਵਿੱਚ ਅਰਜ਼ ਕਰਨ ਲਈ ਖੜੇ ਹਨ ਕਿ ਜਜ਼ੀਆ ਮਾਫ ਕੀਤਾ ਜਾਵੇ। ਬਾਜ਼ਾਰ ਭਰੇ ਪਏ ਹਨ, ਰਸਤਾ ਨਹੀਂ। ਹੁਕਮ ਹੁੰਦਾ ਹੈ ਕੂਚ। ਹਾਥੀ ਅਰ ਘੋੜੇ ਦੌੜ ਪੈਂਦੇ ਹਨ ਤੇ ਖਲਕਤ ਨੂੰ ਕੁਲਚਦੇ, ਦਰੜਦੇ ਅੱਗੇ ਲੰਘ ਜਾਂਦੇ ਹਨ। ਪਾਤਸ਼ਾਹ ਨੂੰ ਦੀਨ ਦਾ ਹੱਠ ਪੈ ਗਿਆ ਹੈ। ਨਾ ਨਿਰਾ ਹਿੰਦੂਆਂ ਦੇ ਉਲਟ, ਸਗੋਂ ਸ਼ਈਆ ਮੁਸਲਮਾਨਾਂ ਦੇ, ਸੂਫੀਆਂ ਦੇ ਉਲਟ ਵੀ। ਕੋਮਲ ਹੁਨਰਾਂ ਦੀ ਤਬਾਹੀ ਲਈ ਪਾਤਸ਼ਾਹ ਨੇ ਲੱਠ ਫੜ ਲਈ ਹੈ, ਔਰ ਵਿਦਿਆ ਦੇ ਆਮ ਪ੍ਰਚਾਰ ਦਾ ਕੋਈ ਵਸੀਲਾ ਨਹੀਂ। ਇਹ ਹੁੰਦਾ ਹੀ ਹੈ ਕਿ ਜਦ ਕੋਈ ਪਾਤਸ਼ਾਹ ਇੱਕ ਫਲ ਜਬਰਨ ਤੋੜੇ ਤਾਂ ਉਸ ਦੀ ਸੈਨਾ ਬਾਗਾਂ ਦੇ ਬਾਗ ਉਜਾੜ ਕੱਢਦੀ ਹੈ। ਜਦੋਂ ਪਾਤਸ਼ਾਹ ਨੇ ਹਿੰਦੂਆਂ ਦੇ ਵੱਡੇ ਵੱਡੇ ਮੰਦਰ ਗਿਰਾ ਕੇ ਮਸਜਿਦਾਂ ਬਣਾ ਦਿੱਤੀਆਂ ਤਾਂ ਸੂਬਿਆਂ ਦੇ ਛੋਟੇ ਅਫਸਰਾਂ ਦੇ ਇਲਾਕਿਆਂ ਵਿੱਚ ਵਰਤੇ ਅਨਿਆਏ ਦਾ ਅੰਦਾਜ਼ਾ ਕਿਕੁਨ ਹੋ ਸਕਦਾ ਹੈ। ਗੱਲ ਕੀ ਇਸ ਤੋਂ ਕੁਝ ਵੀ ਦੇਸ਼ ਵਿੱਚ ਵਰਤ ਰਿਹਾ ਸੀ ਤੇ ਵਰਤਣ ਵਾਲਾ ਸੀ, ਸਾਰੇ ਦਾ ਸਾਰਾ ਤਪਸਵੀ ਜੀ ਨੇ ਦਿਵ ਦ੍ਰਿਸ਼ਟੀ ਨਾਲ ਦੇਖ ਲਿਆ। ਇਹਨਾਂ ਨੇ ਤੱਕ ਲਿਆ ਕਿ ਇੱਕ ਪਾਸੇ ਤਾਂ ਤ੍ਰਿਸ਼ਨਾਲੂ ਮਨਾਂ ਨੂੰ ਭੈ, ਵੈਰ ਤੇ ਅਵਿਦਿਆ ਨੇ ਨਿਕਾਰੇ ਤੇ ਕਾਇਰ ਕਰ ਦਿੱਤਾ ਹੈ। ਦੂਜੇ ਪਾਸੇ ਤ੍ਰਿਸ਼ਨਾ ਨੇ ਲੋਕਾਂ ਨੂੰ ਨਿਰਦਈ ਤੇ ਧੱਕੇਖੋਰ ਬਣਾ ਦਿੱਤਾ ਹੈ। ਰੱਬ ਦਾ ਮਨੁੱਖ ਜਾਂ ਬੰਦਾ ਜਾਂ ਆਦਰਸ਼ ਆਦਮੀ ਕੋਈ ਨਹੀਂ ਦਿਸਦਾ। ਇੱਕ ਆਦਮੀ ਦਾ ਨਮੂਨਾ, ਜਾਂ ਜਿਵੇਂ ਵਾਹਿਗੁਰੂ ਚਾਹੁੰਦੇ ਹਨ ਨਮੂਨੇ ਦਾ ਆਦਮੀ, ਜਾਂ ਐਸਾ ਨਮੂਨਾ ਜੈਸਾ ਇਨਸਾਨ ਕੇ ਕਾਦਰ ਦੀ ਕੁਦਰਤ ਚਾਹੁੰਦੀ ਹੈ, ਬਣਾ ਵਿਖਾਉਣਾ ਇਹ ਮਹਾ ਕਠਨ ਕੰਮ ਤਪਸਵੀ ਜੀ ਨੇ ਆਪਣੇ ਅੱਗੇ ਡਿੱਠਾ। ਪਰਜਾ ਦੇ ਦਿਲਾਂ ਦਾ ਨਕਸ਼ਾ, ਕਮਜ਼ੋਰੀ, ਗਿਰਾਉ, ਪਾਤਸ਼ਾਹਾਂ ਦੇ ਦਿਲਾਂ ਦਾ ਨਕਸ਼ਾ, ਤੰਗ ਦਿਲੀ, ਸਖਤੀ, ਧੱਕਾ, ਭੈ ਦੇਣਾ ਤੇ ਜਲਣਾ ਪੁੱਜਣਾ, ਇਹ ਸਭ ਕੁਝ ਡਿੱਠਾ। ਆਪ ਸੋਚੀ ਪੈ ਗਏ ਕਿ ਅਨੰਤ ਦੀ ਪ੍ਰਾਪਤੀ ਪਰ ਸਾਡੇ ਹਿੱਸੇ ਕਿਤਨਾ ਕਠਨ ਕੰਮ ਆ ਗਿਆ ਹੈ। ਪਰ ਹੁਕਮ ਦਾ ਉਤਸ਼ਾਹ ਆਪ ਨੂੰ ਤਿਆਰੇ ਵਿੱਚ ਲੈ ਰਿਹਾ ਹੈ। ਸੁਰਤ ਆਨੰਦ ਦੇ ਚਰਨਾਂ ਵਿੱਚ ਖੋਬ ਰੱਖੀ ਹੈ ਤੇ ਬਲ ਦਾ ਤੇਜ ਜੋ ਆਪ ਵਿੱਚ ਹੈ, ਆਪ ਨੂੰ ਕਿਸੇ ਸੰਕੋਚ ਜਾਂ ਭੈ ਵਿੱਚ ਨਹੀਂ ਪਾ ਰਿਹਾ। ਇਹ ਹੈ ਹੁਕਮ ਵਿੱਚ ਹਉਮੈ ਤੋਂ ਅਤੀਤ ਤਾਈਂ। ਇੱਧਰ ਸੂਰਜ ਢਲ ਰਿਹਾ ਹੈ। ਪਾਣੀ ਦੀ ਝੀਲ ਜੋ ਮੀਲ ਦੇ ਲਗਭਗ ਹੋਸੇ ਦੇ ਲਾਗੇ ਇੱਕ ਪੱਥਰ ਤੇ ਸ਼ਿਲਾ ਹੈ। ਇਸੇ ਤਪਸਵੀ ਜੀ ਇਸ ਸ਼ਿਲਾ ਤੇ ਬੈਠੇ ਹਨ। ਹੋਰ ਤਪਸਵੀ ਆ ਰਹੇ ਹਨ। ਚੰਗਾ ਸਮਾਗਮ ਹੋ ਗਿਆ ਹੈ। ਇਹਨਾਂ ਵਿੱਚ ਇੱਕ ਯੋਗਨਾਥ ਜੀ ਆ ਕੇ ਬੈਠੇ ਤੇ ਉਹ ਬੋਲੇ, ਹੇ ਬਖਸ਼ੇ ਤਪਸਵੀ ਜੀ, ਅਸੀਂ ਸਾਰੇ ਇੱਥੇ ਆਪ ਨੂੰ ਆਪਣਾ ਸ਼੍ਰੋਮਣੀ ਮੰਨਦੇ ਹਾਂ। ਆਪ ਪਰ ਕੋਈ ਗੈਬੀ ਮਿਹਰ ਹੈ। ਆਪ ਸਮਦਰਸੀ ਹੋ, ਆਪ ਉਗਰ ਤਪਵੀ ਹੋ। ਮੈਂ ਅੱਜ ਆਪਣੀ ਸਮਾਧੀ ਵਿੱਚ ਡਿੱਠਾ ਹੈ ਕਿ ਆਪ ਕਿਸੇ ਭਾਰੇ ਪਰਮ ਪਦ ਨੂੰ ਪੁੱਜ ਕੇ ਫਿਰ ਮੂੰਹ ਮਾਇਆ ਵਿੱਚ ਆ ਗਏ ਹੋ।
ਔਰ ਆਪ ਨੂੰ ਉਪਕਾਰ ਦੀ ਮਾਇਆ ਫੁਰ ਪਈ ਹੈ ਤੇ ਆਪ ਲੋਕ ਵਿੱਚ ਰਾਜਾ ਬਣ ਚਿਤਵ ਰਹੇ ਹੋ। ਅਸੀਂ ਆਪ ਦਾ ਸਤਿਕਾਰ ਕਰਦੇ ਹਾਂ, ਪਰ ਜੇ ਇਹ ਸੱਚ ਹੈ ਤਾਂ ਆਪ ਆਪਣੇ ਆਪ ਨੂੰ ਇਸ ਮਾਇਆ ਤੋਂ ਬਚਾ ਲਓ। ਮਾਇਆ ਬੜੀ ਜ਼ਬਰਦਸਤ ਹੈ ਜੋ ਸਾਨੂੰ ਇੱਥੇ ਮਹਾਕਠਨ ਬਣਾ ਤੇ ਇਕਾਂਤ ਪਰਬਤਾਂ ਵਿੱਚ ਵੀ ਨਹੀਂ ਛੋੜਦੀ। ਬਖਸ਼ੇ ਹੋਏ ਤਪਸਵੀ ਜੀ ਬੋਲੇ, हे ਜੋਗਨਾਥ ਜੀਓ, ਮੈਂ ਪਰਮ ਬ੍ਰਹਮ ਪੂਰਨ ਬ੍ਰਹਮ ਦਾ ਮਿਲਾਪ ਪਾਇਆ ਹੈ, ਪਰ ਮੈਂ ਡਿੱਠਾ ਹੈ ਕਿ ਉਹ ਵਜੂਦ ਤੇ ਹੁਕਮ ਹੈ, ਕੋਈ ਅਚਨਚੇਤ ਨਹੀਂ ਹੈ। ਨਾ ਤਾਂ ਉਹ ਭੈ ਭਰਮ ਵੈਰ ਵਾਲਾ ਰੱਬ ਹੈ, ਨਾ ਉਹ ਇੱਕ ਅਹਿਲ ਤੇ ਜੜ ਹੋਂਦ ਮਾਤਰ ਹੈ। ਉਹ ਹੈ ਤਾਂ ਅਨੰਤ, ਪਰ ਉਸ ਦੀ ਆਪਣੀ ਦੇਸ਼ ਕਾਲ ਰਹਿਤ ਯਥਾਰਥਾ ਵਿੱਚ ਉਸੇ ਰੰਗ ਦਾ ਕੁਛ ਹੈ। ਇਸ ਨੂੰ ਮੈਂ ਹੁਕਮ ਕਹਿ ਸਕਦਾ ਹਾਂ। ਉਹ ਤਾਂ ਮਹਾ ਸ਼ਕਤੀ ਹੈ, ਸਮਰੱਥ ਹੈ, ਕਿਰਪਾ ਹੈ ਔਰ ਫਿਰ ਅਲੇਪਤਾ ਹੈ। ਮੈਨੂੰ ਉਸ ਹੁਕਮ ਵਾਲੇ ਮਾਲਕ ਦੇ ਹੁਕਮ ਵਿੱਚੋਂ ਇਹ ਕੰਮ ਕਰਨੇ ਦੀ ਆਗਿਆ ਹੋਈ ਹੈ, ਜਿਸ ਅੱਗੇ ਮੈਂ ਅਦਬ, ਸਤਿਕਾਰ, ਲਾਡ, ਪਿਆਰ ਤੇ ਆਗਿਆਕਾਰੀ ਵਾਲੀ ਨਾ ਵੀ ਵਿਸਾਰੀ ਸੀ। ਮੇਰਾ ਚਿੱਤ ਉਸ ਅਨੰਤ ਦੇ ਰਸ ਨੂੰ ਛੱਡਣ ਦਾ ਵੀ ਨਹੀਂ ਹੈ, ਕਿਉਂਕਿ ਉਸ ਸਰਬ ਸਮਰੱਥ ਹੁਕਮ ਨਾਲ ਮਰਜ਼ੀ ਦੀ ਸੁਰ ਇੱਕ ਸੁਰ ਕਰੀ ਰੱਖਣੀ ਹੀ ਸਾਡਾ ਧਰਮ ਹੈ। ਧਰਤੀ ਤੋਂ ਪਾਣੀ ਬੜੇ ਜਫਰ ਜਾਲ ਜਾਲ ਕੇ ਸਫ਼ਰ ਕਰ ਕਰਕੇ ਸਮੁੰਦਰ ਵਿੱਚ ਪੁੱਜਾ। ਅੱਗੋਂ ਸਮੁੰਦਰ ਹੁਕਮ ਦੇਵੇ ਕਿ ਆਕਾਸ਼ਾਂ ਨੂੰ ਹਵਾੜ ਬਣ ਕੇ ਚੜ ਜਾਓ ਤੇ ਧਰਤੀ ਪਰ ਵਸੋ ਤੇ ਠੰਡ ਪਾਓ, ਤਾਂ ਪਾਣੀ ਦੱਸੋ ਕੀ ਕਰੇ? ਹੁਕਮ ਅੱਗੇ ਸੱਤ ਬਚਨ ਹੈ। ਸੰਨਿਆਸ ਹਾਲ ਤਪੀ ਜੀ ਬੋਲੇ, हे ਬਖਸ਼ਿਤ, हे ਬਖਸ਼ਿਨ, हे ਤਪਸਵੀ ਰਾਜਾ ਜੀ, ਆਪ ਦਾ ਵਾਕ ਸੱਤ ਹੈ, ਮੰਨਣ ਯੋਗ ਹੈ, ਪਰ ਉਸ ਅਬਿਨਾਸ਼ ਨਿਰਵਿਕਾਰ ਵਿੱਚ ਇੱਛਾ ਨਹੀਂ ਹੋ ਸਕਦੀ। ਉਹ ਸਰਬ ਵਾਸ਼ਨਾ ਦਾ ਠਾਏ ਪਦ ਹੈ। ਇਹ ਆਪ ਨੂੰ ਮਾਇਆ ਤੇ ਟਪਲਾ ਦਿੱਤਾ ਹੋਣਾ। ਬਖਸ਼ੀ ਤਪੀ ਜੀ ਅੱਗੋਂ ਬੋਲੇ, ਮੈਂ ਕੀ ਆਖਾਂ? ਮੈਂ ਡਿੱਠਾ, ਤੁਸਾਂ ਅਜੇ ਡਿੱਠਾ ਨਹੀਂ। ਸੋ ਵਾਸ਼ਨਾ ਆਪ ਕਹਿੰਦੇ ਹੋ, ਠੀਕ, ਵਾਸ਼ਨਾ ਮਨ ਤੋਂ ਉਪਜਦੀਆਂ ਹਨ, ਪਰ ਅਨੰਤ ਦਾ ਸਰੀਰ ਤੇ ਮਨ ਹੀ ਨਹੀਂ। ਫਿਰ ਵਾਸ਼ਨਾ ਕਿੱਥੋਂ ਉਪਜੂ? ਉਥੇ ਉਹ ਵਾਸ਼ਨਾ ਹੀ ਨਹੀਂ ਜਿਨ੍ਹਾਂ ਦੇ ਅਸੀਂ ਜਾਣੂ ਹਾਂ। ਉਸ ਅਨੰਤ ਵਿੱਚ ਜੋ ਹੁਕਮ ਹੈ ਉਹ ਸਰੀਰ ਧਾਰੀਆਂ ਦੀ ਵਾਸ਼ਨਾ ਤੁਲ ਨਹੀਂ ਹੈ, ਜੋ ਵਿਕਾਰ ਰੂਪ ਹਨ। ਨਿਰਵਿਕਾਰ ਦੀ ਚੇਤਨਤਾ ਦੇ ਕ੍ਰਿਸ਼ਮੇ ਸਭੇ ਅਨੰਤ ਅਤੇ ਨਿਰਵਿਕਾਰ ਹਨ। ਅੱਲਾਹ ਯਾਰ ਤਪੀ ਅੱਗੋਂ ਕਹਿਣ ਲੱਗਾ, ਉਸ ਹੁਕਮ ਦੀ ਕੁਛ ਵਿਆਖਿਆ ਕਰੋਗੇ? ਬਖਸ਼ੇ ਤਪਸਵੀ ਜੀ, ਜੇਕਰ ਬ੍ਰਹਮ, ਰੱਬ, ਪਰਮੇਸ਼ਰ ਵਰਣਨ ਨਹੀਂ ਹੋ ਸਕਦਾ, ਉਸੇ ਤਰ੍ਹਾਂ ਉਸ ਦਾ ਹੁਕਮ ਵੀ ਦੱਸਿਆ ਨਹੀਂ ਜਾ ਸਕਦਾ। ਲਾਗੇ ਬੈਠੇ ਬੋਧ ਮੁਨੀ ਜੀ ਪ੍ਰਸ਼ਨਵਾਚਕ ਪੁੱਛਦੇ ਹਨ, ਭਲੇਵਾ ਹੈ, ਜਦ ਨਿਰਵਾਣ ਹੋ ਗਿਆ ਉੱਥੇ ਕੋਈ ਫੁਰਨਾ ਮਾਤਰ ਨਹੀਂ, ਤਦ ਹੁਕਮ ਕੀ? ਤਪਸਵੀ ਜੀ ਨੇ ਉੱਤਰ ਦਿੱਤਾ, ਜਿਸ ਨੂੰ ਤੁਸੀਂ ਹੁਕਮ ਆਖਦੇ ਹੋ, ਜੋ ਦੇਸ਼ ਕਾਲ ਦੇ ਹੱਦ ਵਾਲੇ ਮਨਾਂ ਵਿੱਚ ਉਪਜਦਾ ਹੈ, ਉਹ ਹੁਕਮ ਨਹੀਂ ਉੱਥੇ। ਠੀਕ ਹੈ, ਪਰੰਤੂ ਜੋ ਹੁਕਮ ਉੱਥੇ ਹੈ ਉਹ ਇਉਂ ਹੈ, ਜੇ ਕੋਈ ਸਮੁੰਦਰ ਵਿੱਚ ਦਰਿਆ ਵਗਦੇ ਹਾਂ ਤੇ ਉਹ ਸਮੁੰਦਰ ਰੂਪ ਵੀ ਹੋਣ ਤਾਂ ਧਰਤੀ ਵਾਲੇ ਜਾਂ ਉਹਨਾਂ ਲੋਕਾਂ ਲਈ ਅਚੰਭਾ ਹੀ ਹਨ ਜਿਨ੍ਹਾਂ ਨੂੰ ਪਤਾ ਨਹੀਂ। ਸੋਨ ਮੁਨੀ ਜੀ ਬੋਲੇ, ਤਦ ਹੈ ਹੀ ਕੁਛ ਨਹੀਂ, ਤਾਂ ਫਿਰ ਹੋਰ ਕੀ? ਤਪਸਵੀ ਜੀ ਕਹਿਣ ਲੱਗੇ, ਜੇ ਹੈ ਹੀ ਕੁਛ ਨਹੀਂ ਤਾਂ ਤੁਸੀਂ ਆਪਣੇ ਖਿਆਲ ਵਿੱਚ ਹੈ ਨਹੀਂ ਦਾ ਖਿਆਲ ਵਸਾ ਕੇ ਕਿਤਨਾ ਸਮਾਂ ਲਾ ਚੁੱਕੇ ਹੋ? ਤੇ ਦੱਸੋ, ਤੁਸੀਂ ਹੈ ਨਹੀਂ ਹੋ ਗਏ ਹੋ? ਤੁਸੀਂ ਹੋ, ਹੈ ਦੂਰ ਹੋਣ ਵਾਲਾ ਮਾਮਲਾ ਹੈ, ਔਰ ਹੈ ਜ਼ਰੂਰ, नहीं तो है नहीं है तो है प्रकाश दी है। इस है दी अनंतताई चेतन है ते अपने किसी रंग विच है जो मन बुद्धि तो परे है। बई सज्जन जनो, एक गल विसार लो,
ਔਰ ਇੱਕ ਗੱਲ ਆਪਣੇ ਮਨ ਵਿੱਚ ਧਾਰ ਲਓ, ਇਹ ਜੋ ਮੈਂ ਹੁਕਮ ਦੀ ਗੱਲ ਦੱਸੀ ਹੈ ਮੇਰੇ ਲਈ ਤਾਂ ਪੱਕੀ ਯਕੀਨ ਵਾਲੀ ਹੈ। ਕਿਸੇ ਸੰਸੇ ਭਰਮ ਦੀ ਉਸ ਵਿੱਚ ਵੀ ਰਤੀ ਮਾਤਰ ਥਾਂ ਨਹੀਂ ਹੈ। ਮੈਂ ਅੱਖੀਂ ਡਿੱਠਾ ਹੈ, ਹੱਡੀ ਵਰਤਿਆ ਤੇ ਕਹਿ ਰਿਹਾ ਹਾਂ ਜੋ ਮੇਰੇ ਅਨੁਭਵ ਵਿੱਚ ਆਇਆ। ਪ੍ਰਤੱਖ ਅਨੁਭਵ ਕੀਤੀ ਗੱਲ ਦੱਸ ਰਿਹਾ ਹਾਂ। ਪਰੰਤੂ ਜੇਕਰ ਤੁਸਾਂ ਨੂੰ ਸੰਸ਼ੇ ਹਨ ਤਾਂ ਇੱਕ ਗੱਲ ਦੀ ਵਿਚਾਰ ਕਰ ਲਵੋ, ਮੈਨੂੰ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਫੁਰੀ, ਕੋਈ ਉਦਕਰਖ ਸ਼ਕਤੀ ਮੇਰੇ ਅੰਦਰਲੇ ਦੀ ਉਤਪੰਨ ਨਹੀਂ ਹੋਈ। ਚਿੱਤ ਬਿਲਕੁਲ ਨਿਰਵਿਰਤੀ ਵਿੱਚ ਹੈ, ਤਿਆਗ ਵਿੱਚ ਹੈ, ਆਪਣੇ ਅਨੰਤ ਜੀ ਦੇ ਇੱਕੋ ਮਿਲਾਪ ਰਸ ਵਿੱਚ ਲੀਨ ਹੈ। ਦੂਜੀ ਗੱਲ, ਮੇਰੇ ਕੰਮ ਹੈ ਅਰਥਾਤ ਮੇਰੇ ਜਾਣੇ ਦਾ ਉੱਥੇ ਕੀ ਫਲ ਜਾਂ ਪ੍ਰਯੋਜਨ ਹੈ, ਇਹ ਸੁਣ ਲਵੋ। ਮੈਂ ਉੱਥੇ ਜਾ ਕੇ ਕੋਈ ਮਾਲਕੀ, ਰਾਜ, ਵਡਿਆਈ ਆਪਣੇ ਲਈ ਪੈਦਾ ਨਹੀਂ ਕਰਨੀ। ਮੈਂ ਇੱਕ ਨਮੂਨੇ ਦਾ ਆਦਮੀ ਜਾਂ ਆਦਮੀ ਦਾ ਨਮੂਨਾ ਪੈਦਾ ਕਰਨਾ ਹੈ ਜਿਸ ਤੋਂ ਇਨਸਾਨ ਜਗਤ ਵਿੱਚ ਸੁਖੀ ਹੋਵੇ। ਤੀਜੀ ਗੱਲ ਇਹ ਹੈ ਕਿ ਮੈਨੂੰ ਇਹ ਵੀ ਦਿਸ ਰਿਹਾ ਹੈ ਕਿ ਸਰੀਰਕ ਨੁਕਤੇ ਤੋਂ ਖੇਦ ਹੀ ਖੇਦ ਮੇਰੇ ਉਦਾਲੇ ਆਉਣੇ ਹਨ। ਜਿਸ ਕਾਰਜ ਵਿੱਚ ਪਹਿਲਾਂ ਦੁੱਖ ਹੀ ਦੁੱਖ ਦਿਸ ਪੈਣ, ਉਸ ਕਾਰਜ ਵੱਲ ਤ੍ਰਿਸ਼ਨਾ ਦੀ ਕਦੇ ਰੁਚੀ ਹੀ ਨਹੀਂ ਹੋ ਸਕਦੀ। ਬ੍ਰਹਮ ਰਿਸ਼ੀ ਜੀ ਬੋਲੇ, ਹੇ ਪਰਮ ਪੂਜਿਓ, ਮੈਂ ਅਕਸਰ ਕਈ ਵੇਰ ਬੇਨਤੀ ਕੀਤੀ ਹੈ ਕਿ 3 ਕਾਲ ਜਗਤ ਹੋਇਆ ਹੀ ਨਹੀਂ। ਇਸ ਫੁਰਨੇ ਮਾਤਰ ਦੀ ਉਪਾਧੀ ਨੂੰ ਮਾਰੋ ਤੇ ਰਸ ਲਓ। ਕਾਹਦਾ ਜਗਤ ਤੇ ਜਗਤ ਨੂੰ ਕਾਹਦਾ ਦੁੱਖ? ਜੇ ਦੁੱਖ ਨਹੀਂ ਤੇ ਸੁਖ ਕਾਹਦਾ? ਕੌਣ ਜ਼ੁਲਮ ਤੇ ਕੌਣ ਕਾਇਰ? ਕੌਣ ਇੱਥੇ ਵੀਰ ਹੈ? ਸਭ ਮਾਨੋ ਕਲਪਨਾ ਹੈ। ਇਹ ਕਲਪਨਾ ਹੀ ਦੁੱਖ ਰੂਪ ਹੈ, ਬੰਧਨ ਰੂਪ ਹੈ। ਇਹ ਫੁਰਨਾ ਹੀ ਵਿਆਪੀ, ਵਿਆਧੀ ਤੇ ਕਈ ਉਪਾਧੀ ਰੂਪਾਂ ਵਿੱਚ ਵੰਡਿਆ ਹੋਇਆ ਹੈ। ਛੱਡੋ ਖਿਆਲ, ਕੋਈ ਹੁਕਮ ਨਹੀਂ ਹੈ ਇੱਥੇ। ਕਾਹਨੂੰ ਇਸ ਪਰਮ ਬੀਤ ਰਾਗ ਦਸ਼ਾ ਨੂੰ ਛੱਡ ਕੇ ਮੁੜ ਜਗਤ ਜਾਲ ਵਿੱਚ ਪੈਰ ਧਰਦੇ ਹੋ? ਬਖਸ਼ੀ ਤਪੀ ਜੀ ਬੋਲੇ, ਵਿਚਾਰ ਕਰ ਲਓ। ਮੇਰਾ ਤੁਹਾਡਾ ਫੁਰਨਾ ਤਾਂ ਫੁਰਨਾ ਹੋ ਸਕਦਾ ਹੈ, ਪਰ ਹੁਕਮ ਫੁਰਨਾ ਨਹੀਂ ਜੇ। ਇਹ ਤਾਂ ਹੁਕਮੇ ਵਾਂਗੂ ਅਗੰਮ ਹੈ। ਅਗੰਮ ਪਰ ਦਲੀਲ ਕੀ? ਦਲੀਲ ਸੋਚ ਵਿਚਾਰ ਸਾਰੀ ਮਨਾਂ ਦੀ ਹੈ। ਮਨ ਦੇਸ਼ ਕਾਲ ਵਿੱਚ ਹੈ, ਮਨ ਹੱਦਬੰਦੀ ਵਿੱਚ ਹੈ, ਮਨ ਅੰਤ ਵਿੱਚ ਹੈ। ਇਸ ਦੀ ਪਰਖ ਤੇ ਕਸਵੱਟੀ ਅੰਤ ਵਾਲੇ ਮਾਮਲਿਆਂ ਦੀ ਕਿਸੇ ਹੱਦ ਤੱਕ ਟੂ ਮਾਤਰਤਾ ਹੋ ਸਕਦੀ ਹੈ। ਅਨੰਤ ਵਿੱਚ ਇਹ ਹਾਵੀ ਨਹੀਂ ਹੋ ਸਕਦੀ। ਮੈਂ ਚਾਹੁੰਦਾ ਹਾਂ ਕਿ ਕਿਸੇ ਤਰ੍ਹਾਂ ਆਪਣੇ ਅਨੰਤ ਵਿੱਚ ਪ੍ਰਾਪਤ ਹੋਈ ਸਾਖਿਆਤਕਾਰਤਾ ਨੂੰ ਆਪ ਦੇ ਸਾਹਮਣੇ ਰੱਖਾਂ, ਬਿਆਨ ਕਰਾਂ, ਪਰ ਆਖ ਨਹੀਂ ਸਕਦਾ। ਮੇਰੀ ਇਸ ਵੇਲੇ ਦੀ ਬੁੱਧੀ ਤੇ ਮਨ ਮੈਨੂੰ ਹੋੜ ਰਹੇ ਹਨ ਕਿ ਨਾ ਜਾ, ਮੇਰਾ ਚਿੱਤ ਜਾਣ ਨੂੰ ਨਹੀਂ ਹੈ। ਪਰ ਹੁਕਮ ਮੈਂ ਕਿਵੇਂ ਕਹਾਂ? ਕਿਹਾ ਨਹੀਂ ਜਾ ਸਕਦਾ। ਹੁਕਮ ਅਮਿਟ ਅਮੁੜ ਹੈ ਤੇ ਸਤ ਹੈ। ਸਾਰੇ ਬੋਲੇ ਰਲ ਕੇ, ਚੰਗਾ ਸੂਰਜ ਅਸਤ ਦਾ ਵੇਲਾ ਹੋਇਆ ਹੈ, ਹੁਣ ਪਧਾਰੀਏ। ਫਿਰ ਵਿਚਾਰ ਸਹੀ। ਸਾਰੇ ਸੱਜਣ ਉੱਠੇ, ਨਮਸਕਾਰ ਕੀਤੀ ਤੇ ਆਪੋ ਆਪਣੀਆਂ ਗੁਫਾਵਾਂ ਆਦਿ ਵਿੱਚ ਚਲੇ ਗਏ। ਸਾਰੇ ਆਪ ਨੂੰ ਆਪਣਾ ਸ਼੍ਰੋਮਣੀ ਮੰਨਦੇ ਹਨ ਤੇ ਸਾਰੇ ਇਸ ਬਾਤ ਦੇ ਕਾਇਲ ਹਨ ਕਿ ਜੇ ਅਸੀਂ ਤਾਂ ਤਪ ਕਰ ਰਹੇ ਹਾਂ ਕਿ ਸਾਨੂੰ ਬਖਸ਼ਿਸ਼ ਦਾ ਦਰ ਮਿਲੇ, ਪਰ ਇਹਨਾਂ ਨੂੰ ਪਹਿਲੇ ਬਖਸ਼ਿਸ਼ ਹੋਈ ਹੈ ਤੇ ਫਿਰ ਤਪ ਇਹਨਾਂ ਦੇ ਸਪੁਰਦ ਹੋਇਆ ਹੈ। ਅੱਜ ਸਾਰੇ ਹੈਰਾਨ ਹੋ ਗਏ ਹਨ ਕਿ ਹੁਣ ਇਹਨਾਂ ਨੂੰ ਫਿਰ ਬਖਸ਼ਿਸ਼ ਹੋਈ, ਸਾਖਿਆਤ ਹੋਇਆ। ਫਿਰ ਜਗਤ ਜਾਲ ਦੀ ਦੁਰਗਮ ਮੁਸ਼ਕਲ ਯਾਤਰਾ ਇਹਨਾਂ ਦੇ ਸਪੁਰਦ ਹੋਈ ਹੈ। ਜਿੱਥੇ ਬਰਫਾਂ ਹੀ ਬਰਫਾਂ ਪਈਆਂ ਹਨ, ਉੱਥੇ ਨਾ ਸਰੋਂ ਫੁੱਲਣੀ ਹੈ, ਨਾ ਤੋਰੀਆ, ਨਾ ਸ਼ਗੂਫਾ, ਨਾ ਉੱਥੇ ਕੋਈ ਫੁੱਲ ਖਿੜਨਾ ਹੈ, ਨਾ ਕਣਕਾਂ ਨਿਸਰਨੀਆਂ। ਕੀ ਪਤਾ ਹੈ ਕਿ ਬਸੰਤ ਨੇ ਪੈਰ ਪਾਏ ਹਨ ਕਿ ਅਜੇ ਸਿਆਲਾ ਹੀ ਸਿਆਲਾ, ਠੰਡ ਭੰਨੀ ਜਾ ਰਹੀ ਹੈ। ਹੁਣ ਬਰਫ਼ ਨਹੀਂ ਪੈਂਦੀ। ਇਹ ਰੁੱਤ ਫਿਰੀ ਦੀ ਨਿਸ਼ਾਨੀ ਹੈ। ਜੇ ਪੰਘਾਰੇ ਪੈ ਗਏ, ਹੇਠਾਂ ਕਣਕਾਂ ਦੇ ਪੰਘਾਰੇ ਦਿਸ ਪੈਣਗੇ, ਕੋਈ ਸਿਓ ਆਦਿਕ ਬੂਟੇ ਵੀ ਸ਼ਗੂਫੇ ਛੱਡ ਦੇਣਗੇ, ਪਰ ਇਹ ਵੀ ਨੀਵਿਆਂ ਪਹਾੜਾਂ ਦੀਆਂ ਵਾਦੀਆਂ ਵਿੱਚ। ਉੱਚੇ ਪਹਾੜਾਂ ਦੀ ਤਾਂ ਗਤੀ ਹੀ ਹੋਰ ਹੈ। ਉੱਚੇ ਪਹਾੜਾਂ ਦੀਆਂ ਵਾਦੀਆਂ ਵਿੱਚ ਭਰ ਹੁਨਾਲੇ ਜਾਂ ਬਰਸਾਤੇ ਹੀ
ਪਰਖਰੀ ਰੁੱਤ ਹੁੰਦੀ ਹੈ। ਹਾੜ ਸਾਵਣ ਤੇ ਭਾਦੋਂ ਹੀ ਉੱਚੀ ਥਾਈਂ ਜਾ ਸਕਦਾ। ਇਹ ਸਮਝੋ ਉੱਥੇ ਦੀ ਬਸੰਤ ਹੈ। ਸਪਤ ਸ੍ਰਿੰਗ ਦੀ ਬਰਫਾਨੀ ਧਰਤੀ ਸਾਵੀ ਸਾਵੀ ਹੋ ਗਈ ਹੈ। ਅਨੰਤ ਤਰ੍ਹਾਂ ਦੇ ਰੰਗਾਂ ਦੇ ਫੁੱਲ ਖਿੜ ਰਹੇ ਹਨ। ਅੱਜ ਧੁੱਪ ਖੂਬ ਚਮਕੀ ਹੈ, ਸਰਦੀ ਘਟੀ ਹੈ। ਸਾਰੇ ਸੱਜਣ ਉਸ ਤਪੋ ਭੂਮੀ ਤੇ ਫਿਰ ਇਕੱਠੇ ਹੋਏ ਹਨ। ਫਿਰ ਗੱਲਬਾਤ ਛਿੜੀ ਹੈ ਤੇ ਇੱਕ ਤਪੀ ਜੀ ਨੇ ਗੱਲ ਨੂੰ ਇਉਂ ਛੇੜਿਆ, ਹੇ ਸ਼੍ਰੋਮਣੀ ਜੀ, ਉਸ ਦਿਨ ਦੀ ਗੱਲਬਾਤ ਮਗਰੋਂ ਮੇਰਾ ਦਿਲ ਬਹੁਤ ਸੋਚ ਵਿਚਾਰ ਵਿੱਚ ਰਿਹਾ। ਰਾਤੀ ਇੱਕ ਸੁਪਨਾ ਵੀ ਹੈ, ਨਹੀਂ ਇੱਕ ਹੋਰ ਤਰ੍ਹਾਂ ਦਾ ਝਲਕਾ ਵੱਜਾ ਹੈ। ਸੁਪਨਾ ਨਹੀਂ ਕਹਿ ਸਕਦੇ। ਮੈਨੂੰ ਬੁੱਧ ਜੀ ਮਹਾਰਾਜ ਦੇ ਦਰਸ਼ਨ ਹੋਏ। ਆਖਣ ਲੱਗੇ, ਤੁਸੀਂ ਬਖਸ਼ੇ ਤਪੀ ਜੀ ਨੂੰ ਰੋਕ ਨਾ ਪਾਓ। ਉਹ ਕੁਝ ਬੜੇ ਚਿਰ ਉੱਚੇ ਅਸਲੇ ਦੇ ਲੋਕ ਹਨ ਔਰ ਉਹਨਾਂ ਨੇ ਜਾ ਕੇ ਇੱਕ ਬੜਾ ਭਾਰੀ ਲੋੜਿੰਦਾ ਕੰਮ ਕਰਨਾ ਹੈ। ਐਸੇ ਕੰਮ ਤ੍ਰਿਸ਼ਨਾ ਵਾਸ਼ਨਾ ਸਪੁਰਨਿਆਂ ਦੇ ਨਹੀਂ ਹੁੰਦੇ। ਇਹ ਕਾਰਜ ਜਗਤ ਪ੍ਰਬੰਧ ਦੇ ਮਹਾਕਾਰਜ ਹਨ, ਜੋ ਜਗਤ ਦੇ ਕੇਂਦਰ ਤੋਂ, ਗਿਆਨ ਦੇ ਧੁਰੇ ਤੋਂ, ਬ੍ਰਹਿਮੰਡ ਦੇ ਪ੍ਰਯੋਜਨਾਂ ਲਈ ਹੁੰਦੇ ਹਨ। ਉਹਨਾਂ ਦਾ ਅੰਤ ਅਰ ਫਲ ਨਿਵਰਤੀ ਮੂਲਕ ਹੀ ਹੁੰਦਾ ਹੈ। ਫਿਰ ਆਖਣ ਲੱਗੇ, ਅਸੀਂ ਵੀ ਜਗਤ ਵਿੱਚ ਗਏ ਸਾਂ। ਇਨਸਾਨੀਅਤ ਦਾ ਆਦਰਸ਼ ਅਸਾਂ ਵੀ ਕਾਇਮ ਕੀਤਾ। ਆਪ ਨਮੂਨਾ ਬਣੇ ਤੇ ਹੋਰ ਬਣਾਏ ਅਤੇ ਇਹ ਨਮੂਨਾ ਟੋਰ ਵੀ ਦਿੱਤਾ। ਇਸ ਨਮੂਨੇ ਵਿੱਚ ਇੱਕ ਤਾਂ ਚੇਤਨ ਕੇਂਦਰ ਨਾਲ ਸੁਰਤ ਦੀ ਚੋਭ ਨਹੀਂ ਸੀ, ਦੂਜੇ ਜਗ ਵਰਤਾਰੇ ਵਿੱਚ ਮਰਦਊਪਨੇ ਦੀ ਅੰਸ਼ ਘੱਟ ਸੀ। ਇਸ ਕਰਕੇ ਸਹਿਜੇ ਸਹਿਜੇ ਕਮਜ਼ੋਰੀ ਤੇ ਗਰਾਓ ਇਸ ਨਾਲ ਰਲ ਮਿਲ ਗਏ। ਬਸ ਫਿਰ ਰਸਮਾਂ ਰੀਤਾਂ ਰਖਾਵੇ ਰਹਿ ਗਏ। ਹਿੰਦ ਵਿੱਚੋਂ ਇਹ ਮਤ ਦੂਰ ਹੀ ਹੋ ਗਿਆ। ਹੋਰਨੀ ਥਾਈਂ ਕੋਮਲ ਹੁਨਰ ਔਰ ਉੱਥੋਂ ਦੇ ਪਹਿਲੇ ਮਰਦਾਊ ਆਦਰਸ਼ਾਂ ਨਾਲ ਰਲ ਕੇ ਸਾਡਾ ਮਤ ਹੁਣ ਥੋੜਾ ਬਹੁਤ ਚੱਲਦਾ ਰਿਹਾ ਹੈ। ਹੁਣ ਅਨੰਤ ਵਿੱਚੋਂ ਇਹਨਾਂ ਪ੍ਰਤੀ ਜਾਣੇ ਦਾ ਹੁਕਮ ਹੋ ਰਿਹਾ ਹੈ। ਸੋ ਹੇ ਜੀਓ, ਆਪ ਜ਼ਰੂਰ ਜਾਓ। ਬੁੱਧ ਜੀ ਵੀ ਆਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠਾਂ ਗੁਰੂ ਜੋਤ ਜਗਤ ਵਿੱਚ ਜਾ ਕੇ ਆਦਰਸ਼ ਕਾਇਮ ਕਰ ਰਹੀ ਹੈ। ਤ੍ਰਿਸ਼ਨਾ ਤੋਂ ਰਹਿਤ ਮਰਦਾਊਪੁਣੇ ਵਿੱਚ ਰਹਿ ਕੇ ਇਨਸਾਨੀਅਤ ਦੇ ਨਮੂਨੇ ਦਾ ਮਰਦ ਬਣ ਰਿਹਾ ਹੈ ਤੇ ਵੱਧ ਫੈਲ ਰਿਹਾ ਹੈ। ਪਰੰਤੂ ਜਰਵਾਣੇ ਲੋਕ ਇਸ ਨਮੂਨੇ ਨੂੰ ਨਿਰਮੂਲ ਕਰਨ ਲੱਗੇ ਹੋਏ ਹਨ। ਕਿਉਂ? ਜੋ ਉਹਨਾਂ ਜ਼ਾਲਮਾਂ ਦਾ ਆਪਣਾ ਨਮੂਨਾ ਧੱਕੇ ਦਾ ਹੈ, ਇਨਸਾਨੀਅਤ ਨੂੰ ਵੀ ਹੇਠ ਦਬਾ ਕੇ ਕੁਚਲਦਾ ਹੈ। ਦੂਜੇ ਪਾਸੇ ਜੋ ਨਵਾਂ ਨਮੂਨਾ ਰੂਪਧਾਰੀ ਹੋਇਆ ਹੈ, ਉਸ ਦੇ ਮਾਰੇ ਜਾਣ ਦਾ ਵੀ ਡਰ ਹੈ। ਉਸ ਵਿੱਚ ਨਿਰਭੈਤਾ ਤਾਂ ਹੈ, ਕੁਛ ਪਾਣ ਮਰਦਾਊ ਦੀ ਹੋਰ ਚਾੜਨੀ ਹੈ। ਇਸ ਲਈ ਬਖਸ਼ੇ ਤਪੀ ਜੀ ਉੱਥੇ ਹੁਣ ਜਾਣਗੇ ਤਾਂ ਉਸ ਨਮੂਨੇ ਦੀ ਰੱਖਿਆ ਕਰਨਗੇ ਤੇ ਉਸ ਵਿੱਚ ਜੋ ਹੁਣ ਲੋੜ ਹੈ ਵਧਵੇਂ ਮਰਦਾਊਪੁਣੇ ਦੀ ਤੇ ਸਵੈ ਰੱਖਿਆ ਦੀ, ਸੋ ਉਸ ਨੂੰ ਵਧਾਉਣਗੇ। ਜੋਗਰਾਜ ਜੀ ਵੀ ਬੋਲੇ, ਸੱਚ ਕਿਹਾ ਜੇ। ਮੈਨੂੰ ਵੀ ਸਮਾਧੀ ਵਿੱਚ ਪ੍ਰਕਾਸ਼ ਹੋਇਆ ਹੈ। ਪਹਿਲਾਂ ਗੋਰਖ ਜੀ ਦੇ ਦਰਸ਼ਨ ਹੋਏ। ਕਹਿਣ ਲੱਗੇ, ਯੋਗ ਦਾ ਆਦਰਸ਼ ਲੋਪ ਹੋ ਗਿਆ ਹੈ। ਜੋ ਕੁਛ ਪਤੰਜਲੀ ਜੀ ਨੇ ਆਦਰਸ਼ ਵਧਾ, ਉਸ ਦੇ ਨਮੂਨੇ ਦਾ ਆਦਮੀ ਵੀ ਨਹੀਂ ਮਿਲਦਾ। ਰਾਜ ਜੋਗੀ ਬੋਲੇ, ਪੱਤਰੇ ਲੈ ਕੇ ਵਿਚਾਰ ਕਰਨੇ, ਬਸ ਇੰਨਾ ਕੁਛ ਬਾਕੀ ਹੈ। ਉਹ ਆਦਰਸ਼ ਜਿਸ ਦਾ ਨਮੂਨਾ ਨਾ ਮਿਲੇ, ਆਪਣੇ ਸ਼ਾਸਤਰ ਤੇ ਪ੍ਰਯੋਜਨ ਸਮੇਤ ਲੋਪ ਸਮਝੋ। ਅੱਜ ਵੀ ਗਿਆ, ਕੱਲ ਵੀ ਗਿਆ। ਨਿਰਾ ਹੱਠ ਯੋਗ ਵੀ ਹੁਣ ਘਟ ਗਿਆ ਹੈ। ਜੇ ਹੈ ਤਾਂ ਨਾਟਕਾਂ ਚੇਟਕਾਂ ਲਈ ਰਹਿ ਗਿਆ ਹੈ। ਜਗਤ ਚਾਲ ਵੀ ਹੋਰਵੇਂ ਹੋ ਰਹੀ ਹੈ। ਇਸ ਲਈ ਕਿਸੇ ਭਾਰੇ ਨਮੂਨੇ ਦੀ ਲੋੜ ਹੈ ਔਰ ਉਹ ਮਰਦ ਦਾ ਨਮੂਨਾ ਪੁਰਖ ਵਿਸ਼ੇਸ਼ ਜੀ ਦੀ ਮਰਜ਼ੀ ਹੈ ਕਿ ਬਖਸ਼ੇ ਤਪਸਵੀ ਜੀ ਜਾ ਕੇ ਬਚਾ ਲੈਣ, ਜੋ ਗੁਰੂ ਨਾਨਕ ਦੇਵ ਜੀ ਨੇ ਕਾਇਮ ਕੀਤਾ ਹੈ। ਮੇਰੀ ਸੰਪਰਦਾ ਦੇ ਸਾਧ ਉਹਨਾਂ ਨਾਲ ਝਗੜੇ ਹਨ, ਪਰ ਗੁਰੂ ਨਾਨਕ ਨੇ ਸਭ ਪਰ ਫਤਿਹ ਪਾ ਕੇ ਸੱਚੇ ਮਰਦ ਦਾ ਨਮੂਨਾ ਕਾਇਮ ਕਰਕੇ ਵਿਖਾ ਦਿੱਤਾ ਹੈ ਔਰ 8 ਮਹਾਂਪੁਰਖ ਇਹੋ ਕੰਮ ਕਰ ਚੁੱਕੇ ਹਨ। ਹੁਣ 9ਵੀਂ ਜੋਤ ਇਲਾਹੀ ਕੰਮ ਕਰ ਰਹੀ ਹੈ। ਹਰ ਜੋਤ ਨੇ ਅੱਡ-ਅੱਡ ਹਾਲਤਾਂ ਤੇ ਮੁਸ਼ਕਲਾਂ ਵਿੱਚ ਉਸ ਨਮੂਨੇ ਦੀ ਕਾਇਮੀ ਸੰਭਵ ਕਰਕੇ ਦੱਸੀ ਹੈ। ਅੱਜ ਕੱਲ 9ਵੀਂ ਜੋਤ ਅਤ ਮੁਸ਼ਕਲਾਂ ਵਿੱਚ ਕੰਮ ਕਰ ਰਹੀ ਹੈ ਤੇ 10ਵੇਂ ਹੁਣ ਇਹ ਮਹਾਂਬਲੀ ਉਹ ਰੂਪ ਉਹ ਜੋਤ ਹੋ ਕੇ ਉਸ ਕੰਮ ਨੂੰ ਸਿਰੇ ਚਾੜ ਜਾਣਗੇ।
ਫਿਰ ਮੈਂ ਪਤੰਜਲ ਤੇ ਕਪਲ ਮੁਨੀ ਦੇ ਦਰਸ਼ਨ ਪਾਏ, ਉਹ ਵੀ ਇਹੋ ਜਿਹੇ ਵਾਕ ਹੀ ਬੋਲ ਰਹੇ ਸਨ। ਸੰਨਿਆਸ ਹਾਲ ਮੁਨੀ ਜੀ ਕਹਿਣ ਲੱਗੇ, ਅਚਰਜ ਹੈ ਸੱਜਣੋ, ਮੈਨੂੰ ਵੀ ਦਰਸ਼ਨ ਹੋਏ, ਔਰ ਉਹ ਦਰਸ਼ਨ ਸ਼ਿਵ ਜੀ ਦੇ ਸਨ। ਆਖਣ ਲੱਗੇ ਕਿ ਨਾ ਰੋਕੋ ਦੁਸ਼ਟ ਦਮਨ ਨੂੰ, ਉਹ ਜ਼ੁਲਮ ਵਿੱਚ ਮਹਾਨ ਕਾਰਜ ਕਰਨ ਚੱਲੇ ਹਨ। ਨਿਰਾ ਵੇਦਾਂਤ ਸੰਨਿਆਸ ਵਿੱਚ ਲੈ ਗਿਆ ਹੈ। ਪਰਜਾ ਮਹਾਂਪੁਰਖਾਂ ਤੋਂ ਖਾਲੀ ਹੋ ਕੇ ਦੁੱਖ ਪਾ ਰਹੀ ਹੈ। ਲੋੜ ਹੈ ਨਵੇਂ ਆਦਰਸ਼ਕ ਇਨਸਾਨ ਦੀ, ਜੋ ਆਪ ਸਿਰੇ ਚਾੜਨਗੇ। ਫਿਰ ਵਿਸ਼ਵਨਾਥ ਜੀ ਬੋਲੇ, ਮੈਨੂੰ ਵੀ ਅੱਜ ਦਰਸ਼ਨ ਮਿਲੇ, ਤੇ ਉਹ ਦਰਸ਼ਨ ਕ੍ਰਿਸ਼ਨ ਦੇਵ ਜੀ ਦੇ ਸਨ। ਆਖਣ ਲੱਗੇ, ਤੁਸੀਂ ਆਪਣੇ ਕਲਿਆਣ ਅਰਥ ਤਪ ਕਰ ਰਹੇ ਹੋ, ਪਰੰਤੂ ਜਗਤ ਪ੍ਰਬੰਧ ਦੀ ਸੋਝੀ ਸੰਪੂਰਨ ਹੋ ਚੁੱਕੇ ਪਰਮ ਪਦ ਨੂੰ ਆਪਣੇ ਹੋਏ ਲੋਕਾਂ ਨੂੰ ਹੀ ਹੁੰਦੀ ਹੈ। ਆਪਣੇ ਆਪਣੇ ਵਕਤ ਜਗਤ ਵਿੱਚ ਉੱਪਰੋਂ ਮਹਾਂਪੁਰਸ਼ ਜਾ ਕੇ ਕੰਮ ਕਰਦੇ ਹਨ, ਪਰ ਕੋਈ ਨਾ ਕੋਈ ਗੱਲ ਉਸ ਮਰਦ ਦੇ ਨਮੂਨੇ ਵਿੱਚ ਕਸਰ ਦੀ ਪੈ ਕੇ ਗਰਾਉਂ ਕਰ ਦਿੰਦੀ ਹੈ। ਪ੍ਰਯੋਜਨ ਅਮਰੀ ਇਹ ਹੈ ਕਿ ਹਰ ਸ਼ੈ ਖਿੜੇ ਔਰ ਆਪਣੇ ਕਮਾਲ ਨੂੰ ਆਪਣੇ। ਇਨਸਾਨ ਇਸ ਵੇਲੇ ਜਗਤ ਵਿੱਚ ਆਪਣੇ ਕਮਾਲ ਤੇ ਨਹੀਂ ਹੈ। ਦੇਖੋ, ਇੱਕ ਕੁਦਰਤੀ ਗੁਲਾਬ ਦਾ ਬੂਟਾ ਜਦ ਖੇੜੇ ਵਿੱਚ ਹੈ ਤਾਂ ਇਹ ਉਹਦੇ ਕਮਾਲ ਦੀ ਦਸ਼ਾ ਹੈ, ਪਰ ਆਦਮੀ ਜਾਂ ਮਾਰ ਖਾ ਰਿਹਾ ਹੈ ਜਾਂ ਮਾਰ ਦੇ ਰਿਹਾ ਹੈ। ਅਗੰਮੇ ਖੇੜੇ ਵਿੱਚ ਲਹਿ ਲਹਾ ਆਉਂਦਾ ਆਪਣੇ ਇਨਸਾਨੀ ਕਮਾਲ ਵਿੱਚ ਝੂਮਦਾ ਇਨਸਾਨ ਨਹੀਂ ਦਿਸਦਾ। ਅਸਾਂ ਇਸ ਕਰਕੇ ਗੀਤਾ ਵਿੱਚ ਸ਼ਾਂਤ, ਗਿਆਨ ਤੇ ਯੋਗ ਦੇ ਝੇੜੇ ਮੇਟ ਕੇ ਇੱਕ ਨੁਕਤੇ ਤੇ ਯੋਗੀ ਦਾ ਆਦਰਸ਼ ਕਾਇਮ ਕੀਤਾ ਸੀ। ਅਰਜਨ ਨੂੰ ਨਮੂਨਾ ਬਣਾਇਆ, ਉਸਨੇ ਸਭ ਕੁਝ ਸਮਝਿਆ, ਪਰ ਮਰਦਊਪਣੇ ਦੇ ਆਦਰਸ਼ਕ ਹਿੱਸੇ ਤੇ ਆ ਕੇ ਉਹ ਫਿਰ ਉਦਾਸੀ ਵਿੱਚ ਪੈ ਗਿਆ। ਤ੍ਰਿਸ਼ਨਾ ਰਹਿਤ ਮਰਦਾਓ ਤੇ ਇਨਸਾਨੀਅਤ ਦੇ ਆਦਰਸ਼ ਉੱਤੇ ਹੁਲਾਰਾ ਨਾ ਖਾਵੇ। ਅਖੀਰ ਅਸੀਂ ਖੱਤਰੀ ਧਰਮ ਦਾ ਉਛਾਲਾ ਦਿੱਤਾ ਤਾਂ ਚਮਕ ਉੱਠਿਆ, ਪਰ ਇਸ ਖੱਤਰੀ ਧਰਮ ਦੇ ਸੰਕਲਪ ਵਿੱਚ ਉਹਨਾਂ ਦੀ ਕੁਛ ਕਸਰ ਹੈ। ਇਸ ਨਾਲ ਉਸ ਦਾ ਗਿਰਾਓ, ਜਿਸ ਨੂੰ ਉਹ ਧਰਮ ਸਮਝ ਰਿਹਾ ਸੀ, ਹਟ ਗਿਆ। ਪਰ ਹਉ ਦੀ ਅੰਸ਼ ਹਉ ਹੀ ਹੈ। ਹਉ ਨਾ ਹੋਵੇ ਫਿਰ ਮਰਦਾਊ ਹੋਵੇ, ਮਰਦਾਊ ਹੋਵੇ ਫਿਰ ਇਨਸਾਨੀਅਤ ਹੋਵੇ। ਇਹ ਕਮਾਲ ਦਾ ਕਮਾਲ ਤੇ ਇਸ ਦਾ ਨਮੂਨਾ, ਅਸਲੀ ਜੀਵਨ ਦਾ ਨਮੂਨਾ, ਚੜ੍ਹਦੀ ਕਲਾ ਦਾ ਆਦਰਸ਼ ਇਹ ਬਖਸ਼ੇ ਮਹਾਂਪੁਰਸ਼ ਤਪਸਵੀ ਜੀ ਕਾਇਮ ਕਰਨ ਚੱਲੇ ਹਨ। ਇਹਨਾਂ ਨੂੰ ਰੋਕੋ ਨਹੀਂ। ਇਹ ਮਹਾਨ ਮਾਇਆ ਰਹਿਤ, ਹਉ ਅਤੀਤ, ਤ੍ਰਿਸ਼ਨਾ ਰਹਿਤ ਕਾਰਜ ਪਰ ਜਾ ਰਹੇ ਹਨ। ਸਾਥੋਂ ਰਹੀ ਹੋਈ ਥੁੜ ਪੂਰੀ ਕਰਨਗੇ। ਅੱਲਾ ਹਜ਼ਾਰ ਤਪੀ ਜੀ ਜੋ ਥੋੜੇ ਚਿਰ ਤੋਂ ਆਏ, ਵੱਖਰੇ ਇੱਕ ਟਿਕਾਣੇ ਤਪ ਕਰ ਰਹੇ ਸਨ, ਆ ਗਏ ਤੇ ਬੋਲੇ, ਸੱਜਣੋ, ਮੇਰੀ ਵੀ ਇੱਕ ਬੇਨਤੀ ਹੈ। ਰਾਤ ਮੈਨੂੰ ਅਰਸ਼ ਤੋਂ ਇੱਕ ਰੋਇਆ ਉਤਰਿਆ। ਮੈਂ ਮੁਹੰਮਦ ਸਾਹਿਬ ਨੂੰ ਡਿੱਠਾ। ਆਪ ਆਖਣ ਲੱਗੇ, ਤੁਸੀਂ ਸਾਰੇ ਅੱਲਾ ਦੀਆਂ ਹਿਕਮਤਾਂ ਵਿੱਚ ਦਖਲ ਦੇ ਰਹੇ ਹੋ। ਬਖਸ਼ੇ ਤਪਸਵੀ ਜੀ, ਤੁਸਾਂ ਵਾਂਗ ਇਨਸਾਨ ਤਪਸਵੀ ਨਹੀਂ ਹਨ। ਉਹ ਕਾਇਨਾਤ ਵਿੱਚ ਸਭ ਤੋਂ ਉੱਚੇ ਦਰਜੇ ਉੱਤੇ ਹਨ। ਉਹਨਾਂ ਦਾ ਤਪ ਕਰਨਾ ਕੋਈ ਰਮਜ਼ ਇਲਾਹੀ ਹੈ। ਹੁਣ ਜੋ ਉਹਨਾਂ ਨੂੰ ਹੁਕਮ ਹੋਇਆ ਹੈ, ਉਹ ਉਹਨਾਂ ਦੀ ਖੁਆਇਸ਼ ਨਹੀਂ, ਉਹ ਹੁਕਮ ਹੈ, ਅਜ਼ਲ ਹੈ, ਰਾਜ ਹੈ ਉਸ ਅਜ਼ਲ ਦਾ। ਉਹਨਾਂ ਨੇ ਜਾ ਕੇ ਉਪਕਾਰ ਕਰਨਾ ਹੈ। ਅਸਾਂ ਨੇ ਮਜ਼ਹਬ ਵਿੱਚ ਵਹਿਮ ਵੇਖ ਕੇ, ਪੱਥਰਾਂ ਵਿੱਚ ਲੋਕਾਂ ਦਾ ਝੁਕਾਓ ਵੇਖ ਕੇ ਮਰਦਾਊ ਸਿਖਾਇਆ। ਉਹ ਪਾਣ ਵੱਧ ਚੜ ਗਈ ਤੇ ਮਰਦਾਊ ਵਿੱਚ ਇਨਸਾਨੀਅਤ ਘਟ ਗਈ। ਤੈਮੂਰ ਤੇ ਮਹਿਮੂਦ ਵਰਗੇ ਸ਼ਫਾਕ ਪੈਦਾ ਹੋ ਗਏ, ਜੋ ਆਦਰਸ਼ ਤੋਂ ਇਤਨੇ ਦੂਰ ਸਨ ਜਿਤਨੇ ਕਿ ਕਾਇਰ ਦੂਰ ਹਨ। ਭੈ ਨਾ ਖਾਣਾ ਤੇ ਭੈ ਨਾ ਦੇਣਾ, ਇਹੀ ਕਮਾਲ ਹੈ। ਜਗਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਭੈ ਨਾ ਦੇਣ ਤੇ ਭੈ ਨਾ ਖਾਣ ਦਾ ਆਦਰਸ਼ ਬੰਨ੍ਹ ਦਿੱਤਾ ਹੈ। ਆਪ ਉਹਨਾਂ ਨੇ ਬਾਬਰ ਜੈਸੇ ਜਾਬਰ ਦਾ ਭੈ ਨਹੀਂ ਖਾਧਾ। ਅਰਬ, ਈਰਾਨ, ਰੂਮ ਵਿੱਚ ਜਾ ਕੇ ਉਹਨਾਂ ਉਲਮਾਵਾਂ ਤੇ ਜ਼ੋਰਦਾਰ ਫਕੀਰਾਂ ਨਾਲ ਨਿਰਭੈ ਬਹਿਸਾਂ ਕਰਕੇ ਫਤਿਹ ਪਾਈ ਤੇ ਅੱਗੋਂ ਪਿਆਰ ਨਾਲ ਰਸਤੇ ਲਾਇਆ ਹੈ। ਭੈ ਨਹੀਂ ਦਿੱਤਾ। ਹੁਣ ਅਫਸੋਸ ਹੈ ਕਿ ਉਸ ਖੂਬਸੂਰਤ ਨਮੂਨੇ ਦੇ ਆਦਮੀਆਂ ਨੂੰ ਔਰੰਗਜ਼ੇਬ ਤਬਾਹ ਕਰਨਾ ਚਾਹੁੰਦਾ ਹੈ। ਜੋ ਅਸਰ ਉਸ ਦੇ ਤੰਗ ਦਿਲੀ ਤੋਂ ਸ੍ਰਿਸ਼ਟੀ ਪਰ ਪੈ ਰਿਹਾ ਹੈ, ਉਹ ਗਿਰਾਉਦਾ ਹੈ। ਸਾਡੇ ਵੀ ਉਹ ਪਸੰਦ ਨਹੀਂ। ਇਸ ਲਈ ਜ਼ਰੂਰੀ ਹੈ ਕਿ ਤ੍ਰਿਸ਼ਨਾ ਰਹਿਤ ਮਰਦਾਊ ਤੇ ਇਨਸਾਨੀਅਤ ਦਾ ਨਮੂਨਾ ਜਗਤ ਵਿੱਚ ਟੁਰੇ। ਸੋ ਉਸ ਪਾ ਕੰਮਪੁਰ ਦਾਤਾ ਜੀ ਜਾ ਰਹੇ ਹਨ।
ਅੱਲਾ ਦੇ ਹੁਕਮ ਵਿੱਚ ਜਾ ਰਹੇ ਹਨ, ਉਹਨਾਂ ਨੂੰ ਰੋਕ ਨਾ ਪਾਓ। ਫਿਰ ਮੈਂ ਇੱਕ ਹੋਰ ਪੈਗੰਬਰ ਦੇਖੇ। ਉਹ ਸਨ ਜੋ ਸੂਲੀ ਚੜੇ ਸਨ। ਆਖਣ ਲੱਗੇ, ਮੈਂ ਦੁਨੀਆ ਵਿੱਚ ਇਨਸਾਨੀਅਤ ਸਿਖਾਈ ਤੇ ਕਾਇਮ ਕੀਤੀ ਤੇ ਮੱਤ ਦਿੱਤੀ ਕਿ ਤਲਵਾਰ ਨਾ ਚਲਾਓ। ਜੋ ਤਲਵਾਰ ਨਾਲ ਵਾਰ ਕਰੇਗਾ ਸੋ ਤਲਵਾਰ ਨਾਲ ਮਾਰਿਆ ਜਾਵੇਗਾ। ਪਰ ਇਸ ਦੁਨੀਆ ਦੀ ਹਾਲਤ ਐਸੀ ਹੈ ਕਿ ਜਦ ਮੇਰੇ ਉੱਤੇ ਹੀ ਆ ਬਣੀ ਤਾਂ ਮੈਨੂੰ ਵੀ ਆਖਣਾ ਪਿਆ ਕਿ ਤਲਵਾਰ ਖਰੀਦ ਲਿਆਓ। ਮੁਰਾਦ ਮਰਦਾਊਪਣੇ ਤੋਂ ਸੀ। ਇਹ ਕਸਰ ਹੈ ਜੋ ਮਰਦਾਊਪਣੇ ਤੋਂ ਖਾਲੀ ਇਨਸਾਨੀਅਤ ਵਿੱਚ ਰਹਿ ਗਈ ਹੈ। ਮਰਦਾਊ ਬਿਨਾਂ ਆਦਰਸ਼ ਸਿਰੇ ਨਹੀਂ ਚੜ੍ਹਦਾ, ਪਰ ਉਹ ਤ੍ਰਿਸ਼ਨਾ ਰਹਿਤ ਲੋੜੀਏ, ਨਹੀਂ ਤਾਂ ਮਰਦਾਊ ਜ਼ੁਲਮ ਵਿੱਚ ਬਦਲ ਜਾਂਦਾ ਹੈ। ਸ਼ੇਰ ਜੇ ਕਿਸੇ ਵਿਧਵਾ ਦੇ ਬੱਚੇ ਨੂੰ ਪਾੜ ਖਾਣ ਲੱਗਾ ਹੈ, ਤੁਸੀਂ ਬੱਚੇ ਤੇ ਦਇਆ ਕਰਕੇ ਸ਼ੇਰ ਨੂੰ ਰੋਕਦੇ ਹੋ। ਜੇ ਉਹ ਨਹੀਂ ਟਲਦਾ ਤਾਂ ਉਸ ਨੂੰ ਤਲਵਾਰ ਨਾਲ ਰੋਕਦੇ ਹੋ ਤੇ ਬੱਚੇ ਦੀ ਜਾਨ ਬਚਾ ਲੈਂਦੇ ਹੋ। ਤਾਂ ਇਹ ਮਰਦਾਊ ਤ੍ਰਿਸ਼ਨਾ ਰਹਿਤ ਮਰਦਾਊ ਹੈ। ਜੇ ਇਹ ਨਾ ਹੁੰਦੀ ਤਾਂ ਤੁਸੀਂ ਕਾਇਰ ਸਮਝੇ ਜਾਂਦੇ। ਤਲਵਾਰ ਜ਼ੁਲਮ ਦੀ ਢਾਲ ਬਣੇ, ਜ਼ਾਲਮ ਕਦੀ ਨਾ ਬਣੇ। ਪ੍ਰਯੋਜਨ ਇਹ ਹੈ ਕਿ ਜਗਤ ਵਿੱਚ ਪ੍ਰੇਮ ਰਾਜ ਕਾਇਮ ਹੋਵੇ, ਜ਼ੋਰ ਜ਼ੁਲਮ ਦੂਰ ਹੋਵੇ। ਫਿਰ ਆਪ ਆਖਣ ਲੱਗੇ ਕਿ ਇਹਨਾਂ ਬਖਸ਼ੇ ਤਪਸਵੀ ਜੀ ਨੂੰ ਨਾ ਰੋਕੋ। ਜਾਣਦੇ ਹੋ ਇਹ ਰੱਬੀ ਹੁਕਮ ਵਿੱਚ ਜਾ ਰਹੇ ਹਨ। ਇਹ ਹੁਕਮ ਦੇ ਸਭ ਤੋਂ ਵੱਡੇ ਵਜ਼ਾ ਲਿਆਉਣ ਵਾਲੇ ਮਹਾਂਪੁਰਸ਼ ਹਨ। ਸੋਨ ਮੁਨੀ ਜੀ ਕਹਿਣ ਲੱਗੇ, ਭਈ ਖਫਾ ਨਾ ਹੋਣਾ, ਮੈਨੂੰ ਆਪਣੇ ਦੇਵਪੁਰ ਦਾ ਭਰੋਸਾ ਹੈ, ਪਰ ਮੇਰੇ ਖਿਆਲ ਵਿੱਚ ਅੰਤ ਸੁੰਨ ਹੈ। ਮੈਨੂੰ ਅੱਜ ਆਪਣੇ ਅਵਧੂਤ ਮੁਨੀ ਜੀ ਦੇ ਦਰਸ਼ਨ ਹੋਏ। ਮੈਂ ਕਿਹਾ, ਸਾਡੇ ਬਖਸ਼ੇ ਹੋਏ ਤਪਸਵੀ ਜੀ ਨੂੰ ਕੀ ਹੋ ਗਿਆ? ਉਹ ਬੋਲੇ, ਜੋ ਹੋਇਆ ਚੰਗਾ ਹੋਇਆ। ਨਿਰੀ ਦਇਆ ਤੇ ਨਿਰੀ ਅਹਿੰਸਾ ਦੀ ਸੋਚ ਇੱਕ ਧੁਰੇ ਦੀ ਪੱਕੀ ਬਾਤ ਤਾਂ ਹੈ, ਪਰ ਇਸ ਨਾਲ ਆਦਮੀ ਹੋਰ ਹੀ ਤਰ੍ਹਾਂ ਦੇ ਹੋ ਜਾਂਦੇ ਹਨ। ਆਦਮੀ ਵਿੱਚ ਇੱਕ ਭਾਰਾ ਨੁਕਸ ਹੈ ਕਿ ਜਿਸ ਪਾਸੇ ਦੀ ਮੱਤ ਦਿਓ ਬਸ ਉਸੇ ਪਾਸੇ ਸਾਰਾ ਝੁਕ ਜਾਂਦਾ ਹੈ, ਸਭ ਪਾਸੇ ਤੋਂ ਇੱਕੋ ਜਿਹਾ ਨਹੀਂ ਉੱਠਦਾ। ਸੋ ਜੋ ਆਦਰਸ਼ ਜਗਤ ਵਿੱਚ ਹੁਣ ਸੁਖਦਾਈ ਹੈ ਉਹ ਇਹੋ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਭੈ ਨਾ ਦਿਓ ਤੇ ਭੈ ਨਾ ਮੰਨੋ। ਹੁਣ ਉਸ ਆਦਰਸ਼ ਵਿੱਚ ਵੈਤ੍ਰਿਸ਼ਨ ਰਹਿ ਕੇ ਹਉ ਰਹਿਤ ਮਰਦਾਊ ਅਤੇ ਲੋੜ ਪਈ ਤੇ ਤਲਵਾਰ ਨੂੰ ਢਾਲ ਬਣਾ ਕੇ ਇਸ ਦੇ ਯੋਗ ਵਰਤਾਓ ਦਾ ਤਰੀਕਾ ਵੀ ਦੱਸਣਾ ਹੈ, ਤਾਂ ਕਿ ਮਰਦ ਚੜ੍ਹਦੀਆਂ ਕਲਾ ਦਾ ਮਰਦ ਹੋਵੇ, ਉਹ ਕਮਾਲ ਹੋਵੇ, ਕਾਮਲ ਹੋਵੇ। ਭੈ ਭਰਮ ਵਹਿਮ ਖਿਆਲੀ ਧਰਮ ਫਿਕਰਾਂ ਤੇ ਗੋਰਖ ਧੰਦੇ ਤੇ ਜਰਵਾਣਿਆਂ ਦੇ ਭੈ ਉਸ ਕਮਾਲ ਨੂੰ ਖਾ ਨਾ ਜਾਣ। ਨਿਰਭੈ ਮਜ਼ਬੂਤ ਖੇੜੇ ਵਾਲੀ ਧਰਤੀ ਤੇ ਤੁਰਦੇ ਹੋਏ ਅਰਸ਼ਾਂ ਵਾਲੇ ਗੱਲ ਕਰਦੀ ਹੈ, ਪਰ ਪੂਰਨ ਇਨਸਾਨੀਅਤ ਵਾਲੀ ਬਖਸ਼ੀਅਤ ਤੇ ਕਾਮਲ ਮਰਦ ਦੀ ਸ਼ਖਸੀਅਤ ਹੈ। ਇਸ ਅਰਸ਼ੀ ਮਰਦ ਨੇ ਇਹ ਨਮੂਨੇ ਦਾ ਮਰਦ ਬਣਾ ਕੇ ਦੱਸਣਾ ਹੈ ਤੇ ਹੋਰਨਾਂ ਨੂੰ ਬਣਾਉਣਾ ਹੈ। ਹੁਣ ਵੀ ਤੁਸੀਂ ਇੱਥੇ ਨਹੀਂ ਰਹਿਣਾ, ਇਹਨਾਂ ਦੇ ਨਾਲ ਜਾਣਾ ਹੈ, ਅਰਤਾਬਿਆ ਕੰਮ ਕਰਨਾ ਹੈ। ਜੇ ਕੋਈ ਪਰਬਤਾਂ ਵਿੱਚ ਨਿਰਲੇਪ ਹੋ, ਇਸ ਤਰ੍ਹਾਂ ਖੰਡੇ ਖੜਕ ਦੇ ਵਿੱਚ ਉੱਚੀ ਤੇ ਅਲੇਪ ਰਹਿਣਾ ਹੈ। ਜਗਤ ਦੇ ਕੇਂਦਰ ਅਨੰਤ ਤੋਂ ਵਿਛੜਨਾ ਨਹੀਂ। ਕੇਂਦਰ ਹੈ, ਜ਼ਰੂਰ ਹੈ, ਕੇਂਦਰ ਸ਼ੂਨ ਨਹੀਂ, ਸ਼ੂਨ ਕੁਛ ਨਹੀਂ ਹੈ, ਕੇਂਦਰ ਹੈ, ਚੇਤਨ ਹੈ, ਉਮਾ ਹੈ। ਬ੍ਰਹਮ ਰਿਸ਼ੀ ਜੀ ਇਸ ਵਾਰਤਾਲਾਪ ਵਿੱਚ ਸ਼ਾਮਲ ਹੁੰਦਿਆਂ ਬੋਲਣ ਲੱਗੇ, ਭਈ ਜਗਤ ਤ੍ਰੈਕਾਲ ਅਨ ਹੋਇਆ ਜਾਣ ਕੇ ਫੁਰਨੇ ਦੀ ਉਪਾਧੀ ਮਾਤਰ ਦੂਰ ਕਰਨ ਲਈ ਅਸੀਂ ਇੱਥੇ ਤਪ ਕੀਤੇ। ਨਾਮ ਰੂਪ ਨੂੰ ਦੂਰ ਕਰਕੇ ਪਿੱਛੇ ਰਹੀ ਇੱਕ ਯਥਾਰਥਤਾਈ ਉੱਤੇ ਟਿਕਣ ਦੇ ਤਰਲੇ ਲੈ। ਅੱਜ ਸਾਨੂੰ ਵੀ ਵਿਆਸ ਰਿਸ਼ੀ ਜੀ ਦੇ, ਫਿਰ ਹੰਸ ਜੀ ਦੇ ਦਰਸ਼ਨ ਮਿਲੇ, ਫਿਰ ਯਾਗਵਲਕ ਜੀ ਵਸ਼ਿਸ਼ਠ ਜੀ ਮਿਲੇ, ਫਿਰ ਮਰਿਆਦਾ ਪੁਰਸ਼ੋਤਮ ਰਾਮ ਜੀ ਮਿਲੇ, ਫਿਰ ਰਸਗੈ ਕ੍ਰਿਸ਼ਨ ਜੀ ਮਿਲੇ, ਫਿਰ ਦੱਤਾਤਰੈ ਮੈਤਰੀ ਜੀ ਮਿਲੇ। ਗੱਲ ਕੀ ਕਿ ਅਨੰਤ ਦਰਸ਼ਨ ਹੋਏ ਤੇ ਸਭਨਾਂ ਦੀ ਸਿੱਖਿਆ ਦਾ ਸਾਰ ਇਹ ਸੀ ਕਿ ਬਖਸ਼ੇ ਤਪਸਵੀ ਜੀ ਦੇ ਨਾਲ ਜਾਓ, ਰਣ ਤੱਤਿਆਂ ਵਿੱਚ ਤ੍ਰਿਸ਼ਨਾ ਰਹਿਤ ਰਹਿ ਕੇ ਇਸ ਤਰ੍ਹਾਂ ਦਾ ਆਦਰਸ਼ ਦਿਖਾਓ ਕਿ ਜਗਤ 3 ਕਾਲ ਮਿਥਿਆ ਹੈ, ਕਦੇ ਬਣਿਆ ਨਹੀਂ। ਜੇ ਲੂੰ ਪੱਟੇ ਦੀ ਪੀੜ
ਵਿਆਕਲ ਕਰੇ ਤਦ ਕਾਦਾ ਮਿਥਿਆ। ਮੁੰਨੇ ਯਾਗਵਲਕ ਤੇ ਮੰਨੋ ਤੇ ਵਿਆਸ ਜੀ ਨੇ ਮੈਨੂੰ ਕਿਹਾ ਹੈ ਕਿ ਇਸ ਬਖਸ਼ੇ ਤਪਸਵੀ ਜੀ ਦੇ ਤਪ ਨੂੰ ਵੇਖ ਕੇ ਨਹੀਂ ਭੁੱਲਣਾ ਕਿ ਜੀਵ ਹਨ, ਇਹ ਤੇ ਗੁਰੂ ਜੋਤੀ ਹਨ ਔਰ ਇਹਨਾਂ ਦਾ ਪਰਮ ਜੋਤੀ ਵਾਲਾ ਸਰੀਰ ਹੈ। ਸਰੀਰ ਵਿੱਚ ਕੇਵਲ ਨਿਵਾਸ ਹੈ, ਪਰਮੇਸ਼ਰ ਨਿਰੰਕਾਰ ਹੈ, ਪਰ ਜਗਤ ਉਤਪਤੀ ਦੇ ਸੰਬੰਧ ਵਿੱਚ ਕਰਤਾਰ ਪਾਲਣਹਾਰ ਤੇ ਸਿਖਾਵਣਹਾਰ ਗੁਰੂ ਹੈ। ਉਸ ਗੁਰੂ ਰੂਪਤਾ ਦਾ ਨਿਵਾਸ ਇਸ ਬਖਸ਼ੇ ਤਪੀ ਜੀ ਦੇ ਵਿੱਚ ਹੈ। ਇਹ ਉਸ ਗੁਰੂ ਜੋਤੀ ਦਾ ਅਵਤਾਰ ਹਨ, ਉਸ ਦਾ ਰੂਪ ਹਨ। ਇਹਨਾਂ ਨੇ ਜਗਤ ਵਿੱਚ ਚੜ੍ਹਦੀ ਕਲਾ ਦਾ ਨਮੂਨਾ ਕਾਇਮ ਕਰਨਾ ਹੈ, ਭਾਵ ਕਿ ਹਉਮੈ ਨਾ ਹੋਵੇ ਪਰ ਮੌਤ ਦਾ ਭੈ ਵੀ ਨਾ ਹੋਵੇ, ਮਰਦਉ ਹੋਵੇ ਪਰ ਤ੍ਰਿਸ਼ਨਾ ਰਤੀ ਪਰ ਨਾ ਹੋਵੇ, ਸੱਚ ਦੀ ਖਾਤਰ ਅਭੈ ਪਦ ਤੇ ਆਦਮੀ ਅਭੈ ਵਰਤੋਂ ਵਰਤ ਕੇ ਪ੍ਰਵਿਰਤੀ ਵਿੱਚ ਨਿਰਵਿਰਤੀ ਤੇ ਟੁਰਨ, ਨਾ ਭੈ ਦੇਣ ਨਾ ਭੈ ਖਾਣ, ਇਉਂ ਜਗਤ ਵਿੱਚ ਬੈਕੁੰਠ ਹੋ ਜਾਵੇ। ਐਸੇ ਬੰਦੇ ਫਿਰ ਜਗਤ ਵਿੱਚ ਖੇਦ ਨਹੀਂ ਪੈਦਾ ਹੋਣ ਦੇਣਗੇ, ਨਾ ਪੈਦਾ ਕਰਨਗੇ। ਸੱਚ ਨਿਰਾ ਸੱਚ, ਬੋਲਣ ਮਾਤਰ ਨਹੀਂ, ਸਰਵਥਾ ਸੱਚ, ਪਰ ਟੁਰਨਾ ਸੱਚ ਹੈ। ਕਿਸੇ ਸ਼ੈ ਦਾ ਆਪਣੇ ਅਸਲੇ ਵਿੱਚ ਕਮਾਲ ਵਿੱਚ ਹੋਣਾ ਸੱਚ ਹੈ, ਹੋਰ ਦਾ ਹੋਰ ਨਾ ਹੋ ਜਾਣਾ ਸੱਚ ਹੈ। ਸੱਚ ਪਰ ਟਿਕਾਓ ਹੀ ਸੱਚ ਹੈ। ਭੈ ਦੇਣ ਵਾਲਾ ਸੱਚ ਨੂੰ ਰੋਕ ਪਾਉਂਦਾ ਹੈ, ਭੈ ਖਾਣ ਵਾਲਾ ਸੱਚ ਨੂੰ ਛੱਡ ਦਿੰਦਾ ਹੈ। ਨਮੂਨੇ ਦਾ ਮਰਦ ਉਹ ਹੈ ਜੋ ਨਾ ਭੈ ਖਾਵੇ ਨਾ ਭੈ ਦੇਵੇ। ਪਰੰਤੂ ਜਗਤ ਵਿੱਚ ਹੁਣ ਇਹ ਨਮੂਨਾ ਕਾਇਮ ਕਰਨਾ ਹੈ ਕਿ ਨਿਰਭੈ ਬੰਦਾ ਲੋੜ ਪਏ ਤੇ ਸ਼ਸਤਰ ਫੜ ਕੇ ਵੀ, ਮਰ ਕੇ ਤੇ ਮਾਰ ਕੇ ਵੀ ਅਭੈ ਪਦ ਤੇ ਖੜਾ ਰਹੇ। ਤੇ ਭੇਦ ਇਹ ਹੈ ਕਿ ਅੰਦਰ ਤ੍ਰਿਸ਼ਨਾ ਨਾ ਹੋਵੇ। ਸੱਚ ਨੂੰ ਸੱਚ, ਸੱਚ ਨੂੰ ਅਬਦਲ ਰੱਖਣ ਲਈ ਜੀਓ ਅਬਦਲ। ਸੱਚ ਦੀ ਖਾਤਰ ਭੈ ਨਾ ਖਾਣ ਵੇਲੇ ਸ਼ਾਸਤਰਾਂ ਤੱਕ ਨੌਬਤ ਜੇ ਆ ਪਵੇ ਤਾਂ ਅਭੈ ਬੰਦਾ ਨਿਰਭੈ ਹਾਲ ਵਿੱਚ ਵਰਤ ਰਿਹਾ ਹੋਵੇ। ਕਮਜ਼ੋਰੀ, ਕਾਇਰਤਾ ਰਸਤਾ ਨਾ ਰੋਕਣ, ਨਾ ਜ਼ੁਲਮ ਧੱਕਾ ਰਾਹ ਮਾਰਨ, ਸੱਚ ਰਹੇ, ਸੱਚਾ ਰਹੇ। ਇਸ ਕਾਰਜ ਲਈ ਤਪਸਵੀ ਜੀ ਨੇ ਜਾਣਾ ਹੈ। ਜੋ ਰੱਬੀ ਰੌਂ ਗੁਰੂ ਨਾਨਕ ਦੇਵ ਜੀ ਨੇ ਹੁਕਮ ਵਿੱਚ ਲਾਈ ਹੈ ਸੋ ਕਮਾਲ ਹੈ, ਪਰ ਉਸ ਉੱਤੇ ਮੂਰਖ ਵਾਰ-ਵਾਰ ਹਮਲਾ ਕਰ ਰਿਹਾ। ਉਸ ਦੀ ਰੱਖਿਆ ਤੇ ਪ੍ਰਚਾਰ ਲਈ ਇਹਨਾਂ ਨੇ ਜਾਣਾ ਹੈ ਤੇ ਗੁਰੂ ਨਾਨਕ ਵਾਲਾ ਕੰਮ ਵੀ ਸਾਰਾ ਉਵੇਂ ਦਾ ਉਵੇਂ ਹੀ ਕਰਨਾ ਹੈ। ਸੋ ਮੇਰਾ ਤਾਂ ਉਸ ਵੇਲੇ ਦਾ ਭੈ ਤੇ ਸਤਿਕਾਰ ਨਾਲ ਮਨ ਭਰ ਰਿਹਾ ਹੈ। ਸੱਚਮੁੱਚ ਜਗਤ ਤ੍ਰੈ ਕਾਲ ਮਿਥਿਆ ਹੈ, ਪਰ ਜੇ ਵਰਤੋਂ ਵਿੱਚ ਵਰਤਦਿਆਂ ਦੁੱਖ ਸੁੱਖ ਪਾਉਂਦਿਆਂ ਅੰਦਰਲਾ ਅਤੀਤ ਰਹੇ ਤਾਂ ਹੀ ਇਹ ਨਿਸ਼ਚਾ ਸਫਲ ਹੈ। ਹੁਣ ਸਾਰਿਆਂ ਨੇ ਆਖਿਆ, ਹੇ ਤਪਸਵੀ ਜੀ ਆਪ ਜਾਓ, ਆਪ ਮਹਾਬਲੀ, ਪਰ ਵੈ ਤ੍ਰਿਸ਼ਨ ਅਨੁਰਾਗ ਤੇ ਅਵਧੂਤ ਰੂਪ ਰਸਾਲ ਤੇ ਫਿਰ ਰਸ ਸੁਤੰਤਰ ਹੋ। ਆਪ ਚਲੋ ਤੇ ਕਿਰਪਾ ਕਰਕੇ ਸਾਨੂੰ ਵੀ ਨਾਲ ਲੈ ਚਲੋ। ਅਸਾਂ ਜਿਵੇਂ ਇਕਾਂਤ ਤੇ ਬਰਫਾਂ ਵਿੱਚ ਆਪ ਦੇ ਨਾਲ ਸੁਤੰਤਰ ਮੌਜ ਮਾਣੀ ਹੈ, ਹੁਣ ਜਗਤ ਜਾਲ ਵਿੱਚ ਆਪ ਦੇ ਨਾਲ ਵਿਚਰਾਂਗੇ ਤੇ ਆਪ ਦਾ ਯਥਾ ਸ਼ਕ ਹੱਥ ਵਟਾਵਾਂਗੇ। ਇਕੱਲੇ ਇੱਥੇ ਅਸੀਂ ਹੁਣ ਕੀ ਕਰਾਂਗੇ? ਇਸ ਪਰ ਬਖਸ਼ੇ ਹੋਏ ਤਪਸਵੀ ਜੀ ਬੋਲੇ, ਸ਼ੁਕਰ ਹੈ ਕਿ ਆਪ ਸਾਹਿਬਾਂ ਦੇ ਸੰਸੇ ਨਿਵਰਤ ਹੋਏ। ਸ਼ੁਕਰ ਹੈ ਕਿ ਆਪ ਮੇਰੇ ਨਾਲ ਰਲੋਗੇ। ਮੇਰੇ ਲਈ ਅਨੰਤ ਵਾਹਿਗੁਰੂ ਦੀ ਹੋਂਦ ਇੱਕ ਸਾਪਰਤਕ ਬਾਤ ਹੈ ਤੇ ਇਸ ਕੇਂਦਰ ਤੇ ਵਸ ਰਿਹਾ ਮੈਂ ਸਦਾ ਸੁਖੀ ਹਾਂ। ਆਓ ਆਪ ਵੀ ਸਾਰੇ ਇਸੇ ਦਰਵੇ ਤੇ ਟੇਕ ਲੈ ਕੇ ਚਲੋ ਤੇ ਅਸੀਂ ਸਾਰੇ ਉਸ ਦਾ ਮਹਾਨ ਕਾਰਜ ਕਰੀਏ। ਬ੍ਰਹਮ ਰਿਸ਼ੀ ਜੀ ਨਿਮਰਤਾ ਸਹਿਤ ਬੋਲੇ, ਆਪ ਹੁਣ ਇੱਥੋਂ ਜਗਤ ਨੂੰ ਚੱਲੋਗੇ? ਬ੍ਰਹਮ ਤਪਸਵੀ ਜੀ ਬੋਲੇ, ਨਹੀਂ ਜੀ, ਪਹਿਲੋਂ ਸੱਚਖੰਡ ਜਾਸਾਂ, ਉੱਥੋਂ ਪਿਤਾ ਤੋਂ ਆਗਿਆ ਲੈ, ਉਸ ਅਨੰਤ ਤੇ ਅਨਾਦ ਤੋਂ ਉਸ ਦੇ ਹੁਕਮ ਦੁਆਰਾ ਜੋ ਕੁਛ ਪ੍ਰਾਪਤ ਹੋਵੇਗਾ ਉਹ ਲੜ ਬਨ ਕੇ ਟੁਰਾਂਗਾ। ਮੈਂ ਸੁਰਤ ਨੂੰ ਉਸ ਏਕੇ ਦੇ ਚਰਨਾਂ ਵਿੱਚ ਬੰਨ ਕੇ ਟੁਰਨਾ ਹੈ। ਜਗਤ ਵਿੱਚ ਮਾਇਆ ਪ੍ਰਬਲ ਹੈ, ਲੋਭ ਲਹਿਰ ਨਿਚਰ ਝਾਜਰੀ ਹੈ, ਸਰੀਰ ਗਰਕ ਰਹੇ ਹਨ। ਮੈਂ ਸੰਸਾਰ ਸਮੁੰਦਰ ਵਿੱਚ ਸੁਰਤ ਉੱਚੀ ਤੇ ਸਾਈਂ ਚਰਨਾਂ ਵਿੱਚ ਰੁੱਝੀ ਰੱਖ ਕੇ ਉਸ ਦੀ ਪ੍ਰੇਮ ਖਿੱਚ ਵਿੱਚ ਆਪ ਰਹਿ ਕੇ ਕੰਮ ਕਰਨਾ ਹੈ।
ਇਹ ਬਖਸ਼ਿਸ਼ ਹੋ ਗਈ ਹੈ, ਪਰ ਸੱਚਖੰਡ ਰਹਿ ਕੇ ਮਾਤ ਲੋਕ ਜਾਣਾ ਹੈ, ਇਹ ਆਗਿਆ ਹੈ ਦਾਤਾ ਜੀਓ ਦੀ। ਸੋ ਮੈਂ ਅੱਜ ਜਾਵਾਂਗਾ ਤੇ ਆਪ ਨੇ ਹੁਣ ਅੱਜ ਤੋਂ ਹਰ ਕੀਰਤ ਬਿਨਾ ਹੋਰ ਤਪ ਨਹੀਂ ਕਰਨਾ। ਵਾਪਸ ਆਉਂਦੇ ਹੋਏ ਤੁਸਾਂ ਨੂੰ ਮੈਂ ਨਾਲ ਲੈ ਕੇ ਮਾਤਲੋਕ ਚੱਲਾਂਗਾ। ਗੱਲ ਕੀ ਸਾਰਿਆਂ ਵਿੱਚ ਹਰ ਜਸ ਭਰ ਗਿਆ, ਕੀਰਤਨ ਦਾ ਰਸਦਾਇਕ ਤਪ ਆ ਗਿਆ। ਫਿਰ ਸਿਫਤ ਵਿੱਚ ਭਰ ਕੇ ਸਭ ਨੇ ਤਪਸਵੀ ਜੀ ਨੂੰ ਮਾਨੋ ਹੇਮਕੁੰਡ ਤੋਂ ਸੱਚਖੰਡ ਵੱਲ ਤੋਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।